ਜਿਹੜਾ ਬੰਦਾ ਇੱਕ 50-80 ਟਨ ਲੈ ਕੇ ਗੱਡੀ ਆ ਰਹੀ नहीं बंद करा सकता, वो फैक्ट्री ਦੀਆਂ ਗੱਲਾਂ कर रहे। ਜੇ ਤੁਹਾਨੂੰ ਲੱਗਦਾ ਵੀ ਨਹੀਂ ਫਿਰ ਬੰਦ ਕਰਨ ਨੂੰ ਆ ਜਾਓ ਵੀ ਜੇ ਕਹਿ ਦਿਓ, ਜਾਂ ਫਿਰ ਤੁਸੀਂ ਆਪਣਾ ਜਦੋਂ ਤੁਹਾਨੂੰ ਪਤਾ ਤੁਹਾਡੀਆਂ ਮੰਗਾਂ ਇੰਨੇ ਚਿਰ ਤੋਂ ਨਹੀਂ ਮੰਗੀਆਂ ਜਾ ਰਹੀਆਂ ਧਰਨਾ ਲਾ ਦਿਓ ਵੀ ਭਾਈ ਚਲੋ ਫੈਕਟਰੀ ਬੰਦ ਕਰਾਓ। ਫਿਰ ਜੇ ਨਹੀਂ ਉਹ ਹੱਦ ਫਿਰ ਉਹ ਕਹਿੰਦੇ ਮੈਂ ਨਾਲ ਬੈਠੂੰਗਾ ਜੀ, ਚੱਡਾ ਸਾਹਿਬ ਕਹਿ ਰਹੇ। ਐਸ਼ ਡਰਾਇਰ ਪਲਾਂਟ ਇਲੀਗਲ ਆ, ਕੰਪਨੀ ਦੇ ਅੰਦਰ ਇਲੀਗਲ ਤਰੀਕੇ ਨਾਲ ਕੰਮ ਹੋ ਰਿਹਾ। ਜਿਹੜੀ ਗੱਡੀ 18 ਟਨ ਪਾਸ ਆ ਉਹਦੇ ਤੇ 45 ਟਨ ਮਾਲ ਆ ਰਿਹਾ। ਜਿਹੜੀ ਗੱਡੀ 35 ਟਨ ਪਾਸ ਆ ਉਹਦੇ ਤੇ 85 ਟਨ ਮਾਲ ਆ ਰਿਹਾ। ਜੇਕਰ ਤੁਹਾਡੀ ਇਸ ਗੱਲ ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਏ ਵੀ ਜਿਹੜੇ ਆਗੂ ਆ, ਆਗੂ ਨੂੰ ਤਾਂ ਬਹੁਤ ਬੜਬੜੀਆਂ ਪਹਿਲਾਂ ਹੀ ਆਫਰਾਂ ਆਲੀਆਂ ਵੀ ਐ। ਸਾਨੂੰ ਤਾਂ ਅੰਬੂਜਾ ਸੀਮੈਂਟ ਫੈਕਟਰੀ ਦੇ ਇੱਥੇ ਤੱਕ ਆਫਰ ਆ ਵੀ ਤੁਸੀਂ ਜਿਹੜਾ ਮਰਜ਼ੀ ਕੰਮ ਅੰਦਰ ਦੀ ਸਪਲਾਈ ਦਾ ਔਰ ਉਸ ਤੋਂ ਬਾਅਦ ਵਿੱਚ ਬੈਕ ਸਪਲਾਈ ਦਾ ਸਵਾਦ ਆ ਜਾਂ ਤੁਸੀਂ ਮੂੰਹ ਖੋਲੋ ਲੈਣਾ ਕੀ ਏ। ਦੇਖੋ 에ਅਰ ਕੁਆਲਿਟੀ ਇੰਡੈਕਸ 473 ਪਹੁੰਚਿਆ PM10 ਦਾ, ਤੇ ਦਿੱਲੀ ਦੇ ਵਿੱਚ 350 ਦੇ ਲਗਭਗ ਜਾ ਕੇ 350 ਪੌਣੇ 400 ਦੇ ਲਗਭਗ ਜਾ ਕੇ ਸਰਕਾਰ ਵੱਲੋਂ ਹਦਾਇਤ ਕਰ ਦਿੱਤੀ ਜਾਂਦੀ ਵੀ ਕੋਈ ਵੀ ਗੱਡੀ ਦਿੱਲੀ 'ਚ ਐਂਟਰ ਨਹੀਂ ਕਰੇਗੀ, ਕੋਈ ਬਾਹਰ ਨਹੀਂ ਜਾਏਗੀ, ਖਿੜਕੀਆਂ ਦਰਵਾਜ਼ੇ ਬੰਦ ਕਰ ਲਓ, ਸਕੂਲਾਂ ਨੂੰ ਛੁੱਟੀ ਕਰ ਦਿਓ। ਜੋ ਸਵਾਹ ਨੂੰ ਗਿੱਲੀ ਨੂੰ ਸੁੱਕੀ ਕਰਕੇ ਅੱਗੇ ਸੀਮੈਂਟ ਯੂਜ਼ ਕਰਦੇ ਆ, ਪਰ ਉਹਦਾ ਪੋਲੂਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਵੀ ਹੁਣ ਸਾਡੇ ਘਰਾਂ ਦੇ ਵਿੱਚ ਹਰ ਘੰਟੇ ਬਾਅਦ 1 ਕਿਲੋ ਸਵਾਹ ਨਿਕਲਦੀ ਹੈ। ਕੱਲ੍ਹ ਨੂੰ ਜੇ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਰਜਿੰਦਰ ਸਿੰਘ ਜੀ ਜਾਂ ਤੁਹਾਡੇ ਸਾਥੀ ਇਹ ਤਾਂ ਨਹੀਂ ਕਹਿਣਗੇ ਵੀ ਅਸੀਂ ਤਾਂ ਜੀ ਮੋਰਚਾ ਲਾਉਂਦੇ ਰਹੇ, ਪਹਿਲਾਂ ਨੌਕਰੀਆਂ ਸਾਨੂੰ ਦਿੱਤੀਆਂ ਜਾਣ ਜਾਂ ਟਰਾਂਸਪੋਰਟ ਤਾਂ ਸਾਡੀ ਪਊਗੀ ਜੀ, ਅਸੀਂ ਦੱਸਾਂਗੇ ਕਿਹਦੀ ਗੱਡੀ ਪਾਉਣੀ ਆ ਕਿਹਦੀ ਨਹੀਂ ਪਾਉਣੀ। ਪੋਲੂਸ਼ਨ ਕੰਟਰੋਲ ਬੋਰਡ ਜੀ, ਅੰਬੂਜਾ ਫੈਕਟਰੀ ਵੀ ਆ ਜਿਹੜੇ ਤੁਹਾਡੇ ਬਣਾਏ ਹੋਏ ਸਟੈਂਡਰਡ ਆ ਇਹਨਾਂ ਨੂੰ ਲਾਗੂ ਕਰੋ। ਅਸੀਂ ਕਦ ਕਹਿੰਦੇ ਫੈਕਟਰੀ ਬੰਦ ਕਰੋ? ਨਹੀਂ ਕਰਦੇ, ਕੋਰਟ ਵੀ ਤਾਂ ਹੈਗੇ ਜੀ, ਫਿਰ ਕੋਰਟ ਦੇ ਵਿੱਚ ਇਹ ਲੈ ਕੇ ਕਿਉਂ ਨਹੀਂ ਜਾਂਦੇ ਹੋ ਤੁਸੀਂ? ਕਈ ਟਰਾਂਸਪੋਰਟਰਾਂ ਤੋਂ ਇਹ ਵੀ ਸੁਣਦੇ ਜੀ ਵੀ ਜੇ ਓਵਰਲੋਡ ਨਾ ਲੈ ਕੇ ਜਾਈਏ ਬਾਈ ਗੱਡੀ ਦੀ ਕਿਸ਼ਤੇ ਨਹੀਂ ਨਿਕਲਦੀ। ਕੱਲ੍ਹ ਨੂੰ ਕਿਤੇ ਤੁਸੀਂ ਚਲੋ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਜੀ, ਟਰਾਂਸਪੋਰਟ ਵੀ ਪੈ ਗਈ ਤੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਆਪਣੀ ਨਵੀਂ ਟਰਾਂਸਪੋਰਟ ਪਾਉਣੀ ਹੈ ਪਾ ਲਈ, ਉਹਨਾਂ ਨੇ ਗੱਡੀਆਂ ਵੀ ਖਰੀਦ ਲਈਆਂ ਤੇ ਉਹਨਾਂ ਨੂੰ ਲੱਗਿਆ ਵੀ ਹੁਣ ਕਿਸ਼ਤ ਨਹੀਂ ਨਿਕਲ ਰਹੀ। ਕੱਲ੍ਹ ਨੂੰ ਕਿਤੇ ਉਹ ਰਜਿੰਦਰ ਸਿੰਘ ਨੂੰ ਨਾ ਕਹਿਣ ਵੀ ਸਾਡੇ ਪੈਰਾਂ 'ਤੇ ਕੁਹਾੜੀ ਮਾਰਤੀ, ਤੇ ਜਾਂ ਰਜਿੰਦਰ ਸਿੰਘ ਆਪਣੇ ਉੱਥੇ ਵੀ ਉਹਦੇ 'ਤੇ ਖੜਨਗੇ ਆਪਣੇ ਵਚਨਾਂ ਦੇ ਉੱਤੇ ਵੀ ਅਸੀਂ ਓਵਰਲੋਡ ਨਹੀਂ ਲੈ ਕੇ ਜਾਣਾ ਚਾਹੇ ਮੇਰੀ ਗੱਡੀ ਪੈ ਜੇ। ਪਤਾ ਨਹੀਂ ਹੁਣ ਵਿਧਾਇਕ ਸਾਹਿਬ ਨੂੰ ਹੋਇਆ ਕੀ ਹੈ, ਕੀ ਗੱਲ ਹੋਈ ਹੈ ਵਿੱਚ ਦੀ ਵੀ ਪਿੱਛੇ ਜੇ 2 ਮਹੀਨੇ ਪਹਿਲਾਂ ਸਾਨੂੰ ਸੈਟੀਸਫਾਈ ਕਰਾਉਂਦੇ ਕੰਪਨੀ ਨੂੰ ਸੈਟੀਸਫਾਈ ਕਰਾਉਣ ਲੱਗ ਗਏ। ਜੇ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਸਹੀ ਹੁੰਦੇ ਸਾਨੂੰ ਧਰਨਾ ਲਾਣੇ ਦੀ ਕੀ ਲੋੜ ਸੀ? ਜੇ ਸਰਕਾਰਾਂ ਸਹੀ ਹੁੰਦੀਆਂ ਸਾਨੂੰ ਧਰਨਾ ਲਾਣੇ ਦੀ ਕੀ ਲੋੜ ਸੀ? ਪ੍ਰਦੂਸ਼ਣ ਦੀ ਸਮੱਸਿਆ ਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਅੰਬੂਜਾ ਸੀਮੈਂਟ ਫੈਕਟਰੀ ਦੇ ਬਾਹਰ ਧਰਨਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਮਾਮਲੇ ਦੇ ਵਿੱਚ ਅਸੀਂ ਲਗਾਤਾਰ ਤੁਹਾਨੂੰ ਧਰਨਾਕਾਰੀਆਂ ਦੀਆਂ ਵੀ ਗੱਲਾਂ ਜਿਹੜੀਆਂ ਸੁਣਾ ਰਹੇ ਹਾਂ, ਤੇ ਇੱਕ ਇੰਟਰਵਿਊ ਮੈਂ ਦਿਨੇਸ਼ ਚੱਡਾ ਹੋਰਾਂ ਦੇ ਨਾਲ ਵੀ ਕੀਤੀ ਸੀਗੀ ਤੇ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਸੀਗਾ ਵੀ ਜੇਕਰ ਫੈਕਟਰੀ ਬੰਦ ਕਰਵਾਉਣੀ ਹੈ ਤਾਂ ਵੀ ਲੋਕ ਕਲੀਅਰ ਕਰਨ। ਮੈਂ ਉਹਨਾਂ ਦੇ ਨਾਲ ਬੰਦ ਕਰਵਾਉਣ ਨੂੰ ਵੀ ਬੈਠਣ ਨੂੰ ਤਿਆਰ ਹੈ, ਪਰ ਕਈ ਗੱਲਾਂ ਸਾਹਮਣੇ ਇਹ ਵੀ ਆਈਆਂ ਵੀ ਧਰਨੇ ਦੇ ਜਿਹੜੇ ਆਗੂ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹ ਵੀ ਕੁਛ ਨਾ ਕੁਛ ਜਿਹੜੇ ਹੈਗੇ ਆ ਲੋਕਾਂ ਤੋਂ ਲੁਕੋ ਕਰ ਰੱਖ ਰਹੇ ਨੇ। ਸੋ ਗੱਲਬਾਤ ਕਰਾਂਗੇ, ਰਜਿੰਦਰ ਸਿੰਘ ਘਨੌਲਾ ਮੁੱਖ ਆਗੂ ਹੈਗੇ ਨੇ ਇਸ ਮੋਰਚੇ ਦੇ, ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਠੀਕ ਹੈ ਜੀ। ਅਸੀਂ ਚੈਨਲ ਵਾਲਿਆਂ ਦਾ ਪਹਿਲਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਨੂੰ ਇੱਥੇ ਮੀਡੀਆ ਰਾਹੀਂ ਜਨਤਾ ਤੱਕ ਗੱਲ ਪਹੁੰਚਾਉਣ ਦਾ ਮੌਕਾ ਦਿੱਤਾ। ਅਸੀਂ ਧੰਨਵਾਦ ਕਰਦੇ ਤੁਹਾਡਾ। ਰਜਿੰਦਰ ਸਿੰਘ ਜੀ, ਲੰਮੇ ਸਮੇਂ ਤੋਂ ਧਰਨਾ ਲੱਗਾ ਹੋਇਆ, ਹਾਲਾਂਕਿ ਇਹ ਵੀ ਗੱਲਾਂ ਸਾਹਮਣੇ ਆਈਆਂ MLA ਸਾਹਿਬ ਤੋਂ ਕਿ ਜਦੋਂ ਮੈਂ ਇੰਟਰਵਿਊ ਕਰਦਾ ਉਹ ਕਹਿੰਦੇ ਮੈਂ ਹਰ ਤਰ੍ਹਾਂ ਦੀਆਂ ਮੀਟਿੰਗਾਂ 150 ਤੋਂ ਵੱਧ ਮੀਟਿੰਗਾਂ ਕਰ ਚੁੱਕਾ ਤੇ ਮੈਂ ਹੁਣ ਕਰਾਂ ਤਾਂ ਕਰਾਂ ਕੀ, ਕੋਈ ਮੰਨਣ ਨੂੰ ਤਿਆਰ ਨਹੀਂ ਆਗੂ ਮੇਰੀ ਗੱਲ। ਮੇਰੇ ਕੋਲ 150 ਮੀਟਿੰਗ ਦਾ ਰਿਜ਼ਲਟ ਆ ਜੀ ਪਿਆ। ਤੁਸੀਂ ਆਪਣਾ ਕੈਮਰੇ ਨਜ਼ਦੀਕ ਕਰੋ ਜੀ, ਇਹਦੀ ਡੇਟ ਦਿਖਾਓ ਜੀ ਕਿੰਨੀ ਆ ਇਹ। 18 ਫਰਵਰੀ 2023। 에ਅਰ ਕੁਆਲਿਟੀ ਇੰਡੈਕਸ ਦੇਖੋ ਜੀ, PM10 ਦਾ 473 ਆ, PM 2.5 ਦਾ 226 ਹੈ। ਅਸੀਂ ਉਸ 150 ਮੀਟਿੰਗ ਨੂੰ ਚਾਹ 300 ਕਰ ਲਵੇ, ਅਸੀਂ ਉਸ ਮੀਟਿੰਗ ਨੂੰ ਕੀ ਕਰਾਂਗੇ ਜਿਹਦਾ ਕੋਈ ਰਿਜ਼ਲਟ ਹੀ ਨਹੀਂ ਆ। ਇਹਨਾਂ ਮੀਟਿੰਗਾਂ ਦੇ ਬਾਅਦ ਵਿੱਚ ਜਿਹੜਾ ਪੋਲੂਸ਼ਨ ਉਹ ਦਿਨ ਪਰ ਦਿਨ ਵੱਧ ਰਿਹਾ, ਘਟ ਨਹੀਂ ਰਿਹਾ। ਤੇ ਉਹਨਾਂ ਮੀਟਿੰਗਾਂ ਦਾ ਕੀ ਫਾਇਦਾ ਜਦੋਂ ਬੇਸਿੱਟਾ ਮੀਟਿੰਗਾਂ। ਜੇਕਰ ਅਸੀਂ ਅੱਗੇ ਗੱਲ ਕਰਦੇ ਆ 150 ਮੀਟਿੰਗਾਂ ਦੀ, ਮੈਂ ਤੁਹਾਨੂੰ ਗੱਲ ਦੱਸਦਾ ਏ ਕਿ 150 ਮੀਟਿੰਗਾਂ ਕਰਨ ਦੇ ਬਾਵਜੂਦ ਓਵਰਲੋਡ ਜਿਹੜੀ ਗੱਡੀ 18 ਟਨ ਪਾਸ ਆ ਉਹਦੇ ਤੇ 45 ਟਨ ਮਾਲ ਆ ਰਿਹਾ। ਜਿਹੜੀ ਗੱਡੀ 35 ਟਨ ਪਾਸ ਆ
ਉਹਦੇ ਤੇ 85 ਟਨ ਮਾਲ ਆ ਰਿਹਾ, ਜਿਹੜੀ ਕਿ ਤੁਹਾਨੂੰ ਹੁਣੇ ਵੀਡੀਓ ਦਿਖਾਈ ਵੀ ਹੈ ਲੜਕੇ ਨਾਲ। ਤੇ ਉਹਨਾਂ 150 ਮੀਟਿੰਗਾਂ ਨੂੰ ਕੀ ਕਰਾਂਗੇ ਅਸੀਂ? 150 ਮੀਟਿੰਗਾਂ ਦੇ ਵਿੱਚ ਸ਼ਿਕਾਇਤ ਕੀਤੀ ਪ੍ਰਸ਼ਾਸਨ ਨੂੰ, MLA ਸਾਹਿਬ ਨੂੰ, ਵੀ ਆਹ ਗੱਡੀਆਂ ਇੰਨੇ ਜ਼ਿਆਦਾ ਓਵਰਲੋਡ ਲੈ ਕੇ ਆ ਰਹੀਆਂ, ਸੜਕਾਂ ਵੀ ਤੋੜ ਰਹੀਆਂ, ਟੈਕਸ ਦੀ ਚੋਰੀ ਵੀ ਹੋ ਰਹੀ ਆ, ਔਰ ਉਸ ਦੇ ਬਾਵਜੂਦ ਤੁਹਾਡਾ ਨਾਂ ਕਿਹਾ ਇਹ ਦੁਨੀਆ ਦੇ ਲਈ ਬੜਾ ਭਾਰੀ ਖਤਰਾ ਹੈ, ਕਿਉਂਕਿ ਇਹ ਗੱਡੀ ਰੁਕਦੀ ਨਹੀਂ, ਕਿਉਂਕਿ ਉਹਦਾ ਡਰਾਈਵਰ NGR ਦਾ ਖੁਦ ਓਵਰਲੋਡ ਦੀ ਭੇਟ ਚੜ੍ਹ ਕੇ ਮਾਰਿਆ ਗਿਆ। ਤੇ ਜਿਹੜੀ 150 ਮੀਟਿੰਗ ਕੀਤੀ ਆ ਉਹਦੇ ਵਿੱਚ ਅਸੀਂ ਇਹ ਇਸ਼ੂ ਚੱਕੇ ਆ, ਤੇ ਇਹਦੇ ਬਾਰੇ ਕੀ ਕੀਤਾ ਮੈਂ ਪੁੱਛਣਾ ਚਾਹੁੰਦਾ, ਤੁਹਾਡੇ ਚੈਨਲ ਦੇ ਥਰੂ ਪੁੱਛਣਾ ਚਾਹੁੰਦਾ। ਉਹਨਾਂ ਨੇ ਕਿਹਾ ਮੈਂ ਮੀਟਿੰਗਾਂ ਹੋਈਆਂ, ਤੁਹਾਡੇ ਜਿਹੜੇ ਸਮੱਸਿਆਵਾਂ ਸੀਗੀਆਂ ਅੱਜ ਤੱਕ 25 ਰੁਪਏ ਕਿਸੇ ਨੇ ਜੁਰਮਾਨਾ ਨਹੀਂ ਕੀਤਾ, ਮੈਂ 25 ਲੱਖ ਦਾ ਜੁਰਮਾਨਾ ਕਰਵਾਇਆ। ਹਾਂ, ਜਿਹੜੀ 25 ਲੱਖ ਰੁਪਏ ਦੀ ਗੱਲ ਕਰਦੇ ਆ, ਮੈਂ ਇਹਦਾ ਰੋਲ ਘਚੋਲਾ ਵੀ ਤੁਹਾਡੇ ਸਾਹਮਣੇ ਕਰਦਾ ਏ। ਇਹ ਜਿਹੜੇ 25 ਲੱਖ ਰੁਪਏ ਦਾ ਜੁਰਮਾਨਾ ਹੈ, ਇਹ ਬਹੁਤ ਵੱਡੀ ਇੱਕ ਜਿਹੜੀ ਉਹ ਆ ਉਹਨੂੰ ਥੱਲੇ ਛੁਪਾ ਲਿਆ ਗਲਤੀ ਨੂੰ, ਕੰਪਨੀ ਦੀ ਨੂੰ। ਜਿਹੜਾ 25 ਲੱਖ ਰੁਪਏ ਦਾ ਜੁਰਮਾਨਾ ਕੀਤਾ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਸਵਾਹ ਦੀ ਢੋਈ ਬੇਨੇਮੀਆਂ ਦੇ ਅਨੁਸਾਰ ਹੋ ਰਹੀ ਸੀ, ਇਸ ਕਰਕੇ ਕੰਪਨੀ ਨੂੰ 25 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ। ਜਦ ਕਿ ਉਸ ਕੰਪਨੀ ਦੇ ਦੁਆਰਾ ਇਸ ਟਾਈਮ ਹੁਣ ਜਿਹੜੇ ਸਵਾਹ ਦੀ ਢੋਈ ਸੈੱਟ ਨਹੀਂ ਹੋ ਰਹੀ, ਤੇ 에ਅਰ ਕੁਆਲਿਟੀ ਇੰਡੈਕਸ 473 ਪਰ ਗਿਆ। ਇਹ ਕਿਉਂ ਗਿਆ? ਇਹ ਇਸ ਕਰਕੇ ਗਿਆ ਕਿ ਉਹ ਕੰਪਨੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ, ਜਿਹੜੇ ਪੋਲੂਸ਼ਨ ਦੇ ਬਾਰੇ 'ਚ ਬਣਿਆ ਹੋਇਆ। ਐਸ਼ ਡਰਾਇਲ ਪਲਾਂਟ ਇਲੀਗਲ ਆ, ਕੰਪਨੀ ਦੇ ਅੰਦਰ ਇਲੀਗਲ ਤਰੀਕੇ ਨਾਲ ਕੰਮ ਹੋ ਰਿਹਾ। ਉਸ ਸਾਰੇ ਕਾਸੀ ਨੂੰ ਛਪਾਉਣੇ ਲਈ ਔਰ ਸਾਰਾ ਕੁਝ ਜੈਨੂਅਨ ਸੈੱਟ ਕਰਨੇ ਲਈ ਵੀ ਬਾਕੀ ਸਾਰਾ ਕੁਝ ਠੀਕ ਆ, ਸਿਰਫ ਸਵਾਦ ਦੀ ਢੋਈ ਸੀ ਉਹ ਗਲਤ ਤਰੀਕੇ ਨਾਲ ਹੋ ਰਹੀ ਸੀ, ਅਸੀਂ ਉਹਦਾ ਸਰਵਿਸ ਸਟੇਸ਼ਨ ਵੀ ਲਗਾਤਾ ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਕਰਤਾ। ਹੁਣ ਤੁਹਾਡੇ ਸਾਹਮਣੇ ਆ ਵੀ ਪੋਲੂਸ਼ਨ ਕਿੰਨਾ ਜ਼ਿਆਦਾ ਹੈ। ਪੋਲੂਸ਼ਨ ਇੰਨਾ ਜ਼ਿਆਦਾ ਜੀ, ਪਰ ਰਜਿੰਦਰ ਸਿੰਘ ਜੀ ਜੇ ਫਿਰ ਤੁਹਾਡੇ ਧਰਨੇ ਦਾ ਫਾਇਦਾ ਨਹੀਂ ਹੋਇਆ, ਇਹ ਮੰਨ ਲਈਏ ਜੀ ਫਿਰ ਲੋਕ ਬਈ ਨਜਾਇਜ਼ ਹੀ ਬੈਠੇ ਨੇ ਜੀ ਉੱਥੇ, ਕੋਈ ਤੁਹਾਡਾ ਵੀ ਫਾਇਦਾ ਨਹੀਂ, ਤੁਹਾਡਾ ਵੀ ਕੋਈ ਡਰ ਨਹੀਂ ਹੈ? ਨਹੀਂ, ਫਾਇਦੇ ਵਾਲੀ ਗੱਲ ਨਹੀਂ ਜੀ, ਇਹ ਕੋਈ ਫਾਇਦਾ ਪ੍ਰੋਫਿਟ ਵਾਲੀ ਚੀਜ਼ ਥੋੜੀ ਆ। ਅਸੀਂ ਉਹੀ ਤਾਂ ਲੜਾਈ ਲੜ ਰਹੇ ਆ ਵੀ 에ਅਰ ਕੁਆਲਿਟੀ ਸਹੀ ਕੀਤੀ ਜਾਵੇ। 에ਅਰ ਕੁਆਲਿਟੀ ਸਹੀ ਨਹੀਂ ਹੋ ਰਹੀ ਤੇ ਅਸੀਂ ਤਾਂ ਫਿਰ ਇਸੇ ਕਰਕੇ ਧਰਨਾ ਦੇ ਰਹੇ ਨਾ। ਤੇ ਜੇਕਰ ਅਸੀਂ ਇਹ ਮੰਨ ਕੇ ਉੱਠ ਜਾਈਏ ਵੀ ਹਾਂ ਜੀ 에ਅਰ ਕੁਆਲਿਟੀ ਸਹੀ ਹੋ ਗਈ, ਆ ਮਸ਼ੀਨਾਂ ਸਬੂਤ ਆ ਇਸ ਗੱਲ ਦਾ ਕਿ 에ਅਰ ਕੁਆਲਿਟੀ ਜਿਹੜੀ ਹੈਗੀ ਆ ਬਹੁਤ ਖਰਾਬ ਆ, ਅਸੀਂ ਉਹਦੇ ਖਿਲਾਫ ਹੀ ਧਰਨਾ ਦੇ ਰਹੇ ਆ। ਨੰਬਰ 1 에ਅਰ ਕੁਆਲਿਟੀ ਦੇ ਖਿਲਾਫ ਧਰਨਾ ਦੇ ਰਹੇ ਆ। ਦੂਜਾ ਜਿਹੜੀ ਗੱਲ ਕੀਤੀ ਜਾ ਰਹੀ ਸਰਵਿਸ ਸਟੇਸ਼ਨ ਦੀ, ਉਹ ਜਿਹੜੀ CPC ਦੀ ਗਾਈਡਲਾਈਨ ਉਹਦੇ 'ਚ ਲਿਖਿਆ ਵਾ 2 ਸਟੇਜ ਸਰਵਿਸ ਸਟੇਸ਼ਨ ਚਾਹੀਦਾ, ਵੇਟ ਬ੍ਰਿਜ ਲੱਗਿਆ ਹੋਣਾ ਚਾਹੀਦਾ। ਉੱਥੇ ਬਹੁਤ ਵੱਡਾ ਸਕੈਮ ਆ, 50 ਰੁਪਏ ਟਨ ਦੇ ਹਿਸਾਬ ਨਾਲ ਸੁਆਹ ਵੇਚੀ ਜਾ ਰਹੀ ਆ। ਉਹ ਗੱਡੀਆਂ ਜਿਹੜੀਆਂ 18 ਟਨ ਜਾਂ 20-25 ਟਨ ਪਾਸ ਆ, ਉਹਨਾਂ 'ਚ 45 ਟਨ 35-40 ਟਨ ਸੁਆਹ ਭੇਜੀ ਜਾ ਰਹੀ ਆ। ਜਿਹੜਾ ਸਰਕਾਰ ਨੂੰ ਪੈਸਾ 40 ਟਨ ਦਾ ਆਣਾ, ਉਹ 18 ਟਨ 20 ਟਨ 25 ਟਨ ਇੰਨੇ ਹੀ ਵੇਟ ਦਾ ਪੈਸਾ ਮਿਲਦਾ, ਬਾਕੀ ਦਾ ਪੈਸਾ ਜਿਹੜਾ ਉਹ ਚੋਰੀ ਹੋ ਰਿਹਾ। ਨੰਬਰ 1। ਨੰਬਰ 2, ਗੱਡੀਆਂ ਓਵਰਲੋਡ ਜਾ ਰਹੀਆਂ। ਨੰਬਰ 3 ਦੇ ਕੀ ਏ, ਜਿਹੜੀ ਉੱਥੇ ਗੱਡੀ ਦੀ ਧੋਈ ਹੋਣੀ ਆ ਉਹ 2 ਸਟੇਜ ਹੋਣੀ ਆ। ਪਹਿਲਾਂ ਗੱਡੀ ਦੇ ਟਾਇਰ ਤੋਂ ਹੋਣੇ ਚਾਹੀਦੇ, ਬਾਡੀ ਤੋਂ ਹੋਣੀ ਚਾਹੀਦੀ ਆ, ਤਾਂ ਜੋ ਏਰੀਏ ਦੇ ਵਿੱਚ ਕੋਈ ਪੋਲੂਸ਼ਨ ਨਾ ਫੈਲੇ। ਤੀਜਾ, ਉਹ ਜਿਹੜੀ ਗੱਡੀ ਆ ਉਹਦਾ ਡਿਜ਼ਾਈਨ ਮੈਕੈਨੀਕਲ ਡਿਜ਼ਾਈਨ ਹੋਣਾ ਚਾਹੀਦਾ, ਸਟੇਟ ਪੋਲੂਸ਼ਨ ਕੰਟਰੋਲ ਤੋਂ ਡਿਜ਼ਾਈਨ ਪਾਸ ਹੋਣਾ ਚਾਹੀਦਾ, ਕਿਉਂਕਿ ਜਿਹੜੀ ਉਹਦੀ ਛੱਤ ਆ ਉਹ ਉੱਪਰੋਂ ਕਿਸੇ ਜੈਕ ਨਾਲ ਜਾਂ ਮਸ਼ੀਨ ਨਾਲ ਖੁੱਲ੍ਹਣੀ 'ਚ ਪ੍ਰੈਸ਼ਰ ਨਾਲ ਖੁੱਲ੍ਹਣੀ ਚਾਹੀਦੀ ਆ, ਔਰ ਸੁਆਹ ਪੈਣ ਦੇ ਬਾਅਦ ਵਿੱਚ ਉਹ ਛੱਤ ਬੰਦ ਹੋ ਜਾਵਾ। ਉਹਦਾ ਡਾਲਾ ਜਿਹੜਾ ਹੈ ਉਹਦੇ 'ਚ ਰਬੜਾਂ ਲੱਗੀਆਂ ਹੋਣੀਆਂ ਚਾਹੀਦੀਆਂ, ਉਹ ਜਦੋਂ ਡਾਲਾ ਖੋਲੂ ਤੇ ਸੁਆਹ ਨੂੰ ਖਾਲੀ ਕਰ ਦੇਵਾ, ਪਰੰਤੂ ਰਸਤੇ ਦੇ ਵਿੱਚ ਸਪਿਲੇਜ ਲੀਕੇਜ ਨਾ ਹੋਵਾ ਉਹਦੀ। ਇਸ ਕਿਸਮ ਦਾ ਡਿਜ਼ਾਈਨ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਪਾਸ ਹੋਣਾ ਚਾਹੀਦਾ। ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਆ, ਜਿਹੜਾ ਇੱਕ ਵੱਡਾ ਟਰਾਂਸਪੋਰਟਰ ਦਾ ਸੁਆਹ ਦੀ ਢੋਈ ਕਰ ਰਿਹਾ, ਉਹ ਮੈਨੂੰ ਕਹਿ ਰਿਹਾ ਵੀ ਇਹ ਗਲਤ ਪ੍ਰਚਾਰ ਕਰ ਰਿਹਾ। CPC ਵੀ ਇਹ ਕਹਦੀ, CPC ਉਹਨੂੰ ਇਹਦੇ ਬਾਰੇ ਖੁਦ ਨੂੰ ਗਿਆਨ ਨਹੀਂ ਆ, ਉਸ ਬੰਦੇ ਨੂੰ ਇਹ ਸਮਝ ਹੋਣੀ ਚਾਹੀਦੀ ਆ। ਉਹ ਕਹੀ ਜਾ ਰਿਹਾ ਵੀ ਬਲਕਰ ਵਿੱਚ ਜਿਹੜੀ ਵੈਟ ਐਸ਼ ਆ ਉਹ ਪਾਉਣੀ ਆ। ਬਲਕਰ ਵਿੱਚ ਵੈਟ ਐਸ਼ ਨਹੀਂ ਪੈਂਦੀ, ਬਲਕਰ ਵਿੱਚ ਡਰਾਈ ਐਸ਼ ਪੈਂਦੀ ਆ। ਉਹ ਜਿਹੜਾ ਵੈਟ ਐਸ਼ ਦਾ ਡਿਜ਼ਾਈਨ ਆ ਉਹਨਾਂ ਅੱਜ ਤੱਕ CPCB ਦੀ ਗਾਈਡਲਾਈਨ ਦੇਖੀ ਨਹੀਂ ਆ, ਉਹਦੇ ਉੱਪਰ ਨੂੰ ਦਿੱਤਾ ਹੋਇਆ ਇਹ ਕਿਤਾਬ ਵਿੱਚ ਬਕਾਇਦਾ ਬਿਲਕੁਲ ਫੋਟੋ ਬਣਾ ਕੇ ਦਿਖਾਈ ਹੋਈ ਆ ਵੀ ਇੱਦਾਂ ਦਾ ਡਿਜ਼ਾਈਨ ਹੋਣਾ ਚਾਹੀਦਾ। ਤੇ ਪਰ ਜਿਹੜਾ ਇਹ ਸਾਰਾ ਕੁਝ ਅਡਾਨੀ ਸੀਮੈਂਟ ਵੱਲੋਂ ਆਪਣੀ ਲੈਟਰ ਹੈਡ ਦੇ ਉੱਤੇ ਲਿਖ ਕੇ ਦਿੱਤਾ ਜਾ ਰਿਹਾ ਪ੍ਰਸ਼ਾਸਨ ਨੂੰ, ਉਹਦੇ ਵਿੱਚ ਕੀ ਪ੍ਰਦੂਸ਼ਣ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਵੀ ਪ੍ਰਦੂਸ਼ਣ ਵੀ ਆਪਾਂ ਠੀਕ ਕਰਾਂਗੇ। ਨੌਕਰੀਆਂ ਦੀ ਗੱਲ ਆ ਜਾਂਦੀ ਹੈ ਜੀ ਵਿੱਚ, ਉਹ ਕਹਿੰਦੇ ਫਿਰ 75% ਨੌਕਰੀਆਂ ਦੀ ਵੀ ਗੱਲ ਆ ਜਾਂਦੀ ਆ, ਤੇ ਗੱਡੀਆਂ ਵਧਾਉਣ ਦੀ ਟਰਾਂਸਪੋਰਟੇਸ਼ਨ ਦਾ ਕੰਮ ਉਹ ਲੋਕਲ ਬੰਦਿਆਂ ਨੂੰ ਦਿੱਤਾ ਜਾਊਗਾ ਜੀ। ਇਹਦੇ ਵਿੱਚ ਬਹੁਤ ਬੜਾ ਰੋਲ ਘਚੋਲਾ ਜੀ। ਉਹ ਜਿਹੜੀ ਗੱਲ ਸਾਰੀ ਕਲੀਅਰ ਨਹੀਂ ਆ। ਜਿਹੜੇ ਕਿ ਟਰਾਂਸਪੋਰਟੇਸ਼ਨ ਦਾ ਐਗਰੀਮੈਂਟ ਹੋਣਾ ਉਹ ਕੰਪਨੀ ਟੂ ਕੰਪਨੀ ਐਗਰੀਮੈਂਟ ਹੁੰਦਾ ਹੈ। ਕੋਈ ਵੀ ਐਗਰੀਮੈਂਟ ਆ ਜਿਹੜਾ ਕਿ ਵੈਲਿਡ ਪੇਪਰਾਂ ਤੇ ਬਿਨਾ ਉਹ ਕੋਰਟ ਵਿੱਚ ਟਿਕ ਨਹੀਂ ਸਕਦਾ, ਕਿਤੇ ਵੀ ਟਿਕ ਨਹੀਂ ਸਕਦਾ। ਅਸੀਂ ਆਪਣੇ ਬੰਦਿਆਂ ਨੂੰ ਗਲਤ ਸਮਝੌਤੇ ਕਰਕੇ ਗੱਡੀਆਂ ਪਵਾ ਕੇ ਉਹਨੂੰ ਇਹੋ ਜਿਹੇ ਖੂਹ 'ਚ ਨਹੀਂ ਧਕੇਲਣਾ ਚਾਹਦੇ, ਜਿਵੇਂ ਰੋਪੜ ਇਸ ਟਾਈਮ ਹੋ ਰਿਹਾ ਏ ਕਿ ਉਹ ਐਗਰੀਮੈਂਟ ਕਰਦੇ ਆ ਵੀ ਤੁਹਾਨੂੰ 180 ਗੱਡੀ ਦਿੱਤੀ ਜਾਣਗੀ। ਇੱਕ ਡੀਲਰ ਦੀਆਂ 30 50 ਗੱਡੀਆਂ ਦੇ ਦਿੱਤੀਆਂ ਜਾਂਦੀਆਂ। ਗੱਡੀ ਭਰਨੇ ਦੇ ਬਾਅਦ ਉਹਨੂੰ ਪੁੱਛਿਆ ਜਾਂਦਾ ਜੀ ਮੈਂ ਆ ਰਿਹਾ, ਉਹ ਕਹਿੰਦਾ 1 ਹਫ਼ਤਾ ਨਾਲ ਗੱਡੀ ਲੈ ਕੇ ਆਇਓ ਜੀ ਤੁਸੀਂ। ਹੁਣ ਇਹ ਦੱਸੋ ਤੁਸੀਂ, ਇੱਕ ਗੱਡੀ ਆ, ਇੱਕ ਰੇੜੇ ਵਾਲਾ, ਰਿਕਸ਼ੇ ਵਾਲਾ ਜਾਂ ਕੋਈ ਆਟੋ ਰਿਕਸ਼ੇ ਵਾਲਾ, ਉਸ
ਬੰਦੇ ਨੂੰ ਤੁਸੀਂ ਕਿਤੇ ਲੈ ਕੇ ਜਾਂਦੇ ਆ, ਜੇ ਤੁਸੀਂ ਕਿਤੇ ਸਟੇ ਕਰਕੇ ਸ਼ੋਰੂਮ ਮੂਹਰਾ ਉਹ ਅਲੱਗ ਐਕਸਟਰਾ ਚਾਰਜ ਲੈਂਦਾ। ਇੱਕ ਟਰੱਕ ਜਿਹੜਾ 30-40 ਲੱਖ ਰੁਪਏ ਦਾ ਟਰੱਕ ਪਾਇਆ ਹੋਇਆ ਬੰਦੇ ਨਾਲ ਉਹ ਕਿਵੇਂ ਕਿਸ਼ਤ ਦੇਗਾ ਜੇ ਇੱਕ ਹਫ਼ਤਾ ਕਿਸੇ ਡੀਲਰ ਨੇ ਇੱਕ ਜਗ੍ਹਾ ਖੜੀ ਕਰਤੀ। ਉਹ ਇਹ ਹੈ ਗਲਤ ਕਿਸਮ ਦੇ ਸਮਝੌਤੇ। ਅਸੀਂ ਕਹਿੰਦੇ ਜਿਹੜਾ ਸਮਝੌਤਾ ਉਹਦੇ ਵਿੱਚ ਟਾਈਮ ਪਾਉਣੇ ਦੇ ਬਾਅਦ ਵਿੱਚ ਉਹਦੀ ਹਾਲਟੇਜ ਪੈਣੀ ਚਾਹੀਦੀ ਆ ਤਾਂ ਜੋ ਗੱਡੀ ਵਾਲਾ ਦੀ ਭਰਪਾਈ ਹੋ ਸਕੇ ਨੁਕਸਾਨ ਦੀ। ਦੂਜਾ, ਜਿਸ ਡੀਲਰ ਕੋ ਗੱਡੀ ਜਾਣੀ ਆ ਉਹ ਤੁਰੰਤ ਖਾਲੀ ਕਰੇ, ਕਿਉਂਕਿ ਉਹਨੂੰ ਪਤਾ ਵੀ ਮੇਰੇ ਉੱਤੇ ਹਾਲਟੇਜ ਪੈਣੀ ਆ ਤੇ ਉਹ ਗੱਡੀ ਖਾਲੀ ਕਰੇ। ਪਰੰਤੂ ਇਸ ਕਿਸਮ ਦਾ ਜਿਹੜਾ ਸਮਝੌਤਾ ਉਹ ਕਰਨ ਲਈ ਕੰਪਨੀ ਤਿਆਰ ਨਹੀਂ ਆ। ਔਰ ਦੂਜਾ ਜਿਹੜਾ ਉਹ ਕਹਿ ਰਹੇ ਆ ਵੀ ਜਿਹੜਾ ਕੰਪਨੀ ਟੂ ਕੰਪਨੀ ਸਮਝੌਤਾ ਕਰਨਾ ਹੈ, ਉਹ ਚਿੱਟੇ ਪੇਪਰਾਂ 'ਤੇ ਇਹੀ ਕਰਤਾ, ਇਸ ਤੋਂ ਬਾਅਦ ਹੋਰ ਕੋਈ ਸਮਝੌਤਾ ਨਹੀਂ। ਉਸ ਚੀਜ਼ ਦੀਆਂ ਬਹੁਤ ਬਰੀਕੀਆਂ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਪਹਿਲਾਂ ਸਮਝੌਤਾ ਕਰਕੇ ਇਹਨੂੰ ਸਾਰੇ ਨੂੰ ਇੰਪਲੀਮੈਂਟ ਕਰੋ, ਸਾਨੂੰ ਉਹਦਾ ਪਤਾ ਲੱਗੇਗਾ, ਅਸੀਂ ਤੁਹਾਨੂੰ ਉਹਨੂੰ ਦੱਸਾਂਗੇ ਵੀ ਆਹ ਖਾਮੀਆਂ ਹੈ। ਜਿਵੇਂ ਕਿ ਪੋਲੂਸ਼ਨ ਦੇ ਬਾਰੇ ਵਿੱਚ ਆ, ਜਿਹੜੀ ਪੋਲੂਸ਼ਨ ਦੇ ਬਾਰੇ ਵਿੱਚ ਅਸੀਂ ਕਹਿ ਰਹੇ ਮੋਨੀਟਰਿੰਗ ਕਮੇਟੀ ਬਣਾਈ ਜਾਵੇ, ਪਰੰਤੂ ਉੱਥੇ ਹੀ ਇੱਕਦਮ ਕਲੀਅਰ ਹੋ ਗਿਆ ਪੇਚ ਕਿ ਉਹ ਕਹਿੰਦੇ ਵੀ ਅਸੀਂ ਮੋਨੀਟਰਿੰਗ ਕਮੇਟੀ ਆਪਣੀ ਮਰਜ਼ੀ ਨਾਲ ਜੋ ਵੀ ਹੈ ਆਪਣੀ ਮਰਜ਼ੀ ਦੇ ਬੰਦੇ ਛਾਂਟ ਕੇ ਪਾਉਣਗੇ। ਨੰਬਰ 2 ਦੇ ਉੱਤੇ ਕਿਹਾ ਮੋਨੀਟਰਿੰਗ ਕਮੇਟੀ ਨੂੰ ਪੋਲੂਸ਼ਨ ਦੇ ਅਧਿਕਾਰੀਆਂ ਨਾਲ ਜਾ ਕੇ ਅੰਦਰ ਜਾਣ ਦਾ ਕੋਈ ਅਧਿਕਾਰ ਨਹੀਂ ਹੋਏਗਾ। ਉਹ ਕਿਸ ਕੰਮ ਦੀ ਕਮੇਟੀ ਆ ਜਦੋਂ ਅੰਦਰ ਜਾ ਕੇ ਅਧਿਕਾਰ ਹੀ ਨਹੀਂ ਮਿਲੇਗਾ ਉਹਨੂੰ ਦੇਖਣ ਦਾ? ਉਹ ਕਿਸ ਕੰਮ ਦੀ ਕਮੇਟੀ ਹੋਈ ਜਿਹਨੂੰ ਅੰਦਰ ਜਾ ਕੇ ਦੇਖਣ ਦਾ ਅਧਿਕਾਰ ਹੀ ਨਹੀਂ ਹੋਇਆ? ਤੇ ਫਿਰ ਇਸ ਹਿਸਾਬ ਨਾਲ ਇਹਨਾਂ ਦੀਆਂ ਮਨਮਰਜ਼ੀਆਂ ਜਿਵੇਂ ਹੁਣ ਚੱਲ ਰਹੀਆਂ ਐਵੇਂ ਚੱਲਦੀਆਂ ਰਹਿਣਗੀਆਂ। ਕਿਉਂਕਿ ਜੇ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਉਹ ਸਹੀ ਹੁੰਦੇ ਸਾਨੂੰ ਧਰਨਾ ਲਾਣੇ ਦੀ ਕੀ ਲੋੜ ਸੀ? ਜੇ ਸਰਕਾਰਾਂ ਸਹੀ ਹੁੰਦੀਆਂ ਸਾਨੂੰ ਧਰਨਾ ਲਾਣੇ ਦੀ ਕੀ ਲੋੜ ਸੀ? ਕਿਉਂਕਿ ਜਿਹੜੇ ਨਾਰਮਸ ਬਣੇ ਆ ਉਹਨਾਂ ਤੇ ਪਹਿਲਾਂ ਫੈਕਟਰੀਆਂ ਦੇਣਾ ਹੁੰਦਾ, ਜਦੋਂ ਪਹਿਲਾਂ ਫੈਕਟਰੀ ਨਹੀਂ ਦਿੰਦੀ ਫਿਰ ਉਹਦੇ ਬਾਅਦ ਪੋਲੂਸ਼ਨ ਕੰਟਰੋਲ ਨਾਲ ਦੇਣਾ ਹੁੰਦਾ, ਜਦੋਂ ਪੋਲੂਸ਼ਨ ਕੰਟਰੋਲ ਬੋਰਡ ਵੀ ਉਹਦੇ ਪਹਿਰਾ ਨਹੀਂ ਦਿੰਦਾ, ਜੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ। ਹੁਣ ਇਹ ਸਾਰਾ ਕੁਝ ਫੇਲ ਹੋ ਰਿਹਾ। ਉਹਨਾਂ ਨੇ ਤਾਂ ਫਿਰ ਇੰਟਰਵਿਊ 'ਚ ਇਹ ਵੀ ਗੱਲ ਕਹੀ ਹੈ ਨਾ ਵੀ ਮੈਂ ਜੇ ਤੁਹਾਨੂੰ ਲੱਗਦਾ ਵੀ ਨਹੀਂ ਫਿਰ ਬੰਦ ਕਰਨ ਨੂੰ ਆ ਜਾਓ, ਵੀ ਜੇ ਕਹਿ ਦਿਓ, ਜਾਂ ਫਿਰ ਤੁਸੀਂ ਆਪਣਾ ਜਦੋਂ ਤੁਹਾਨੂੰ ਪਤਾ ਤੁਹਾਡੀਆਂ ਮੰਗਾਂ ਇੰਨੇ ਚਿਰ ਤੋਂ ਨਹੀਂ ਮੰਗੀਆਂ ਜਾ ਰਹੀਆਂ ਧਰਨਾ ਲਾ ਦਿਓ ਵੀ ਭਾਈ ਚਲੋ ਫੈਕਟਰੀ ਬੰਦ ਕਰਾਓ। ਫਿਰ ਜੇ ਨਹੀਂ ਉਹ ਹੱਦ ਫਿਰ ਉਹ ਕਹਿੰਦੇ ਮੈਂ ਨਾਲ ਬੈਠੂੰਗਾ ਜੀ, ਚੱਡਾ ਸਾਹਿਬ ਕਹਿ ਰਹੇ। ਉਹ ਬਿਲਕੁਲ ਨਹੀਂ। ਜਿਹੜਾ ਬੰਦਾ ਇੱਕ 50-80 ਟਨ ਲੈ ਕੇ ਗੱਡੀ ਆ ਰਹੀ ਨਹੀਂ ਬੰਦ ਕਰਾ ਸਕਦਾ, ਉਹ ਫੈਕਟਰੀ ਦੀਆਂ ਗੱਲਾਂ ਕਰ ਰਿਹਾ। ਇਹ ਤਾਂ ਇੱਕ ਸਿਰਫ ਡਰਾਮੇਬਾਜ਼ੀ ਆ। ਨੰਬਰ 2 ਦੇ ਉੱਤੇ ਅਸੀਂ ਫੈਕਟਰੀ ਬੰਦ ਕਰਾਉਣ ਦੀ ਤਾਂ ਗੱਲ ਹੀ ਨਹੀਂ ਕਰਦੇ। ਜਿਹੜੇ ਸਟੈਂਡਰਡ ਸੈਂਟਰ ਪੋਲੂਸ਼ਨ ਕੰਟਰੋਲ ਨਾਲ ਬਣਾਏ ਆ, ਜਿਹੜੇ ਪੋਲੂਸ਼ਨ ਪੰਜਾਬ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਨਾਲ ਬਣਾਏ ਆ, ਜਿਹੜੇ ਸਰਕਾਰ ਨਾਲ ਬਣਾਏ ਆ, ਜਿਹੜੇ ਅਦਾਲਤਾਂ ਦੇ ਸਹਿਯੋਗ ਨਾਲ ਬਣੇ ਆ ਸਟੈਂਡਰਡ, ਉਹ ਸਾਡੇ ਸਟੈਂਡਰਡ ਨਹੀਂ ਆ। ਉਹ ਇਹਨਾਂ ਦੀ ਕਿਤਾਬ 'ਚ ਲਿਖੇ ਹੋਏ ਆ, ਪੋਲੂਸ਼ਨ ਕੰਟਰੋਲ ਬੋਰਡ ਦੀਆਂ ਆਰਟੀਆਂ 'ਚ ਸਾਨੂੰ ਦਿੱਤੇ ਹੋਏ ਆ। ਅਸੀਂ ਤਾਂ ਇਹ ਕਹਿ ਰਹੇ ਆ ਸਰਕਾਰ ਜੀ, ਪੋਲੂਸ਼ਨ ਕੰਟਰੋਲ ਬੋਰਡ ਜੀ, ਅੰਬੂਜਾ ਫੈਕਟਰੀ ਵੀ ਆ ਜਿਹੜੇ ਤੁਹਾਡੇ ਬਣਾਏ ਹੋਏ ਸਟੈਂਡਰਡ ਆ ਇਹਨਾਂ ਨੂੰ ਲਾਗੂ ਕਰੋ। ਅਸੀਂ ਕਦ ਕਹਿੰਦੇ ਫੈਕਟਰੀ ਬੰਦ ਕਰੋ? ਨਹੀਂ ਕਰਦੇ, ਕੋਰਟ ਵੀ ਤਾਂ ਹੈਗੇ ਜੀ। ਫਿਰ ਕੋਰਟ ਦੇ ਵਿੱਚ ਇਹ ਲੈ ਕੇ ਕਿਉਂ ਨਹੀਂ ਜਾਂਦੇ ਹੋ ਤੁਸੀਂ? ਮੈਂ ਤੁਹਾਨੂੰ ਕੋਰਟ ਦੀ ਗੱਲ ਦੱਸਦਾ, ਪਿਛਲੇ 3 ਸਾਲ ਹੋ ਗਏ ਸਾਨੂੰ ਓਵਰਲੋਡ ਦਾ ਕੇਸ ਪਾਏ ਨੂੰ, ਅਜੇ ਤੱਕ ਬੰਦਿਆਂ ਨੂੰ ਸਮਨਿੰਗ ਨਹੀਂ ਹੋਈ। ਜੁਡੀਸ਼ਰੀ ਦਾ ਇੰਨਾ ਮੰਦਾ ਹਾਲ ਆ, 3-3 4-4 ਸਾਲ। ਜਿਹੜਾ ਚੰਡੀਗੜ੍ਹ ਹਾਈ ਕੋਰਟ ਵਿੱਚ ਇਹਨਾਂ ਨੇ ਸਾਡੇ ਉੱਤੇ ਕੇਸ ਪਾਇਆ ਸੀ, ਉੱਥੇ ਸਾਡੀ ਕੋਈ ਗੱਲ ਸੁਣਨੇ ਨੂੰ ਤਿਆਰ ਨਹੀਂ ਸੀ। ਕਹਿੰਦੇ ਨਹੀਂ ਜੀ ਬਸ ਡਿਸਪੋਜ਼ ਆਫ, ਤੁਸੀਂ ਆਪਣਾ ਫਲਾਣਾ ਅਲੱਗ ਕੇਸ ਪਾਓ, ਸਾਡੀ ਗੱਲ ਤਾਂ ਸੁਣੀ ਜਾਵੇ। ਔਰ ਨੰਬਰ 2 ਦੇ ਉੱਤੇ ਕੀ ਏ, ਕੋਰਟਾਂ ਵੀ ਮੁੜ ਕੇ, ਅਸੀਂ ਵਿਧਾਇਕ ਸਾਹਿਬ ਨੂੰ ਇਹ ਗੱਲ ਕੀਤੀ ਸੀ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ, ਉਹ ਕਹਿੰਦੇ ਵੀ ਕੋਰਟਾਂ ਵੀ ਮੁੜ ਕੇ ਇਹਨਾਂ ਨੂੰ ਡਾਇਰੈਕਸ਼ਨ ਕਰਦੀਆਂ ਹੀ, ਫਿਰ ਤੁਸੀਂ ਕੀ ਕਰੋਗੇ? ਲਾਗੂ ਦੇ ਨਾ ਕਰਨਾ ਮੁੜ ਕੇ ਦੁਬਾਰਾ, ਫਿਰ ਤੁਸੀਂ ਕੀ ਕਰੋਗੇ? ਸਾਨੂੰ ਵਿਧਾਇਕ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ। ਮੁੜ ਕਿੜ ਕੇ ਗੱਲ ਉਹੀ ਆ ਜਾਂਦੀ ਵੀ ਜੇ ਕੋਰਟ ਨੂੰ ਵੀ ਡਾਇਰੈਕਸ਼ਨ ਕਰਦੀ, ਹੁਣ ਕੋਰਟ ਦੀ ਡਾਇਰੈਕਸ਼ਨ ਓਵਰਲੋਡ ਦੇ ਬਾਰੇ ਆਈ ਹੋਈ ਆ ਪਹਿਲਾਂ ਵੀ ਇਹਨੂੰ ਕੀਤਾ ਜਾਵੇ, ਉਹਦੇ ਬਾਰੇ ਫਿਰ ਨਹੀਂ ਕੋਈ ਕਾਰਵਾਈਆਂ ਕਰਦੇ। ਸੋ ਗੱਲ ਹੈ ਮੁੜਕਾ ਆਕਾ ਜਿਹੜੇ ਪ੍ਰਸ਼ਾਸਕੀ ਵਿਵਸਥਾ ਏ ਉਹ ਜੇ ਠੀਕ ਢੰਗ ਨਾਲ ਸੁਧਾਰ ਕਰਾ, ਜੇ ਪੋਲੂਸ਼ਨ ਕੰਟਰੋਲ ਬੋਰਡ ਸੁਧਾਰ ਕਰਾ, ਜੇ ਉਹ ਇਸ ਕੈਪੇਬਲ ਹੁੰਦੇ ਤਾਂ ਸਾਨੂੰ ਇਹ ਮੁਜ਼ਾਹਰੇ ਧਰਨੇ ਲਾਣੇ ਦੀ ਲੋੜ ਹੀ ਨਹੀਂ ਪੈਂਦੀ। ਕਈ ਟਰਾਂਸਪੋਰਟਰਾਂ ਤੋਂ ਇਹ ਵੀ ਸੁਣਦੇ ਜੀ ਵੀ ਜੇ ਓਵਰਲੋਡ ਨਾ ਲੈ ਕੇ ਜਾਈਏ ਬਾਈ ਗੱਡੀ ਦੀ ਕਿਸ਼ਤ ਨਹੀਂ ਨਿਕਲਦੀ, ਕੱਲ੍ਹ ਨੂੰ ਕਿਤੇ ਤੁਸੀਂ ਚਲੋ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਜੀ, ਟਰਾਂਸਪੋਰਟ ਵੀ ਪੈ ਗਈ ਤੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਆਪਣੀ ਨਵੀਂ ਟਰਾਂਸਪੋਰਟ ਪਾਉਣੀ ਹੈ ਪਾ ਲਈ, ਉਹਨਾਂ ਨੇ ਗੱਡੀਆਂ ਵੀ ਖਰੀਦ ਲੀਆਂ ਤੇ ਉਹਨਾਂ ਨੂੰ ਲੱਗਿਆ ਵੀ ਹੁਣ ਕਿਸ਼ਤ ਨਹੀਂ ਨਿਕਲ ਰਹੀ, ਕੱਲ੍ਹ ਨੂੰ ਕਿਤੇ ਉਹ ਰਜਿੰਦਰ ਸਿੰਘ ਨੂੰ ਨਾ ਕਹਿਣ ਵੀ ਸਾਡੇ ਪੈਰਾਂ ਤੇ ਕੁਹਾੜੀ ਮਾਰਤੀ, ਤੇ ਜਾਂ ਰਜਿੰਦਰ ਸਿੰਘ ਆਪਣੇ ਉੱਥੇ ਵੀ ਉਹਦੇ ਤੇ ਖੜਨਗੇ ਆਪਣੇ ਬਚਨਾਂ ਦੇ ਉੱਤੇ ਵੀ ਅਸੀਂ ਓਵਰਲੋਡ ਨਹੀਂ ਲੈ ਕੇ ਜਾਣਾ ਚਾਹੇ ਮੇਰੀ ਗੱਡੀ ਪੈ ਜੇ। ਦੇਖੋ ਜੀ ਰੋਪੜ ਯੂਨੀਅਨ ਇਸ ਟਾਈਮ ਅੰਡਰਲੋਡ ਚੱਲ ਰਹੀ ਆ। ਮੈਂ ਤੁਹਾਨੂੰ ਓਵਰਲੋਡ ਦੀ ਗੱਲ ਦੱਸਦਾ, ਜਿਹੜੀ ਇਹ ਗੱਲ ਕਹੀ ਜਾਂਦੀ ਨਾ ਵੀ ਗੱਡੀਆਂ ਵਾਲੇ ਮਰ ਜਾਣਗੇ ਇਹਦੇ 'ਚ, ਇਹ ਬਿਲਕੁਲ ਗਲਤ ਆ। ਕਿਉਂਕਿ ਗੱਡੀਆਂ ਵਾਲੇ ਅੰਡਰਲੋਡ ਵਿੱਚ ਬਚਣੇ ਆ। ਜੇਕਰ ਉਰੇ ਤੇ ਲੈ ਕੇ ਸਾਡੀ ਰੋਪੜ ਯੂਨੀਅਨ ਦੀ ਗੱਡੀ ਨੂੰ ਜਲੰਧਰ ਦੇ ਵਿੱਚ ਜਾਂਦੇ ਹੋਏ 3000 ਬਚਦਾ ਨਾ, ਉਹ ਜੇ 12 ਟਨ ਪਾ ਕੇ ਲੈ ਕੇ 3000 ਬਚਾਉਂਦੀ ਆ, ਜਿਹੜਾ 16 ਟਨ ਪਾ ਕੇ ਜਾ ਰਿਹਾ ਉਹਨੂੰ ਵੀ 3000 ਦਿੰਦੇ ਕੰਪਨੀ ਵਾਲੇ, ਉਹਨੂੰ 3000 ਦੀ ਜਗ੍ਹਾ 3200 ਦੇ ਦੂੰਗੇ। ਉਹ ਸ਼ੋਸ਼ਣ ਕਰਦੇ ਆ। ਇਹ ਨਹੀਂ ਹੈ ਵੀ ਉਹ ਜਿਹੜਾ ਓਵਰਲੋਡ ਆ ਇਹਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋ ਰਿਹਾ ਹੈ, ਅਡਾਨੀਆਂ ਨੂੰ ਹੋ ਰਿਹਾ ਹੈ, ਨਾ ਕਿ ਟਰਾਂਸਪੋਰਟਰ ਨੂੰ ਹੋ ਰਿਹਾ ਹੈ। ਇਹ ਟਰਾਂਸਪੋਰਟਰ ਦਾ ਬਹੁਤ ਬੁਰੀ ਚੱਕੀ 'ਚ ਫਿਸ ਰਹੇ ਆ, ਉਹਨਾਂ ਦੇ ਟਾਇਰ ਵੀ ਫਟਦੇ ਉਹਦੇ ਨਾਲ, ਉਹਨਾਂ ਦੇ ਹਾਦਸੇ ਵੀ ਹੁੰਦੇ। ਅਗਰ ਹਾਦਸਾ ਹੋ ਗਿਆ ਕਿਸੇ ਨੇ ਓਵਰਲੋਡ ਦੀ ਬਿਲਟੀ ਨਾਲ ਕਿਤੇ ਕਢਾ ਕੇ ਲਗਾ ਦਿੱਤੀ ਤੇ ਜਿਹੜੇ ਹੈਗੇ ਆ ਇੰਸ਼ੋਰੈਂਸ ਦੇ ਰੂਲ ਐਂਡ ਰੈਗੂਲੇਸ਼ਨ ਸਾਰੇ ਫੇਲ ਹੋ ਜਾਂਦੇ ਆ। ਜੇ ਕੰਪਨੀ ਅੜ ਗਈ ਵੀ ਅਸੀਂ ਨਹੀਂ ਕਲੇਮ ਦੇਣਾ, ਮਾਲਕ ਭਰੇਗਾ ਤਾਂ ਮਰ ਜਾਏਗਾ।
ਪਤਾ ਨਹੀਂ ਕਿੰਨੇ ਲੱਖ ਨੂੰ ਠੁੱਕ ਜਾਏਗਾ ਉਹ ਇਸ ਮਾਮਲੇ ਦੇ ਵਿੱਚ। ਸੋ ਇਹ ਜਿਹੜਾ ਓਵਰਲੋਡ ਆ ਇਹ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾ ਰਿਹਾ, ਨਾ ਕਿ ਟਰਾਂਸਪੋਰਟਰ ਨੂੰ। ਟਰਾਂਸਪੋਰਟਰ ਦਾ ਤਾਂ ਇਹਦੇ 'ਚ ਬਹੁਤ ਵੱਡਾ ਨੁਕਸਾਨ ਹੋ ਰਿਹਾ। ਅੰਡਰਲੋਡ ਚੱਲਣ ਨਾਲ ਬਹੁਤ ਸਾਰੇ ਬੰਦਿਆਂ ਨੂੰ ਰੁਜ਼ਗਾਰ ਮਿਲਣਾ। ਪੰਜਾਬ ਸਰਕਾਰ ਨੂੰ ਇੱਕ ਗੱਡੀ ਟੈਕਸ ਦਿੰਦੀ ਆ, ਉਹਦੀ ਜਗ੍ਹਾ 4 ਗੱਡੀਆਂ ਟੈਕਸ ਦਊਂਗੀਆਂ, ਕਿਉਂਕਿ ਉਹਦੀ ਜਗ੍ਹਾ 4 ਗੱਡੀਆਂ ਪੈਣੀਆਂ, ਇੱਕ ਦੀ ਜਗ੍ਹਾ 4 ਪੈਣੀਆਂ। ਔਰ ਲੋਕਾਂ ਦੀ ਜਾਨ ਮਾਲ ਦੀ ਵੀ ਬਹੁਤ ਹਿਫਾਜ਼ਤ ਹੋਣੀ ਆ, ਔਰ ਉਸ ਦੇ ਨਾਲ ਨਾਲ ਜਿਹੜਾ ਰੁਜ਼ਗਾਰ ਵੀ ਵਧਣਾ ਹੈ। ਅਤੇ ਸਾਰੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਵੀ ਓਵਰਲੋਡ ਦੇ ਨਾਲ ਜਿਹੜਾ ਫਾਇਦਾ ਹੁੰਦਾ ਹੈ, ਨੁਕਸਾਨ ਹੀ ਹੁੰਦਾ ਉਹਦੇ ਨਾਲ। ਕੱਲ੍ਹ ਨੂੰ ਜੇ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਰਜਿੰਦਰ ਸਿੰਘ ਜੀ ਜਾਂ ਤੁਹਾਡੇ ਸਾਥੀ ਇਹ ਤਾਂ ਨਹੀਂ ਕਹਿਣਗੇ ਵੀ ਅਸੀਂ ਤਾਂ ਜੀ ਮੋਰਚਾ ਲਾਉਂਦੇ ਰਹੇ, ਪਹਿਲਾਂ ਨੌਕਰੀਆਂ ਸਾਨੂੰ ਦਿੱਤੀਆਂ ਜਾਣ ਜਾਂ ਟਰਾਂਸਪੋਰਟ ਤਾਂ ਸਾਡੀ ਪਊਗੀ ਜੀ, ਅਸੀਂ ਦੱਸਾਂਗੇ ਕਿਹਦੀ ਗੱਡੀ ਪਾਉਣੀ ਆ ਕਿਹਦੀ ਨਹੀਂ ਪਾਉਣੀ, ਉਹ ਕਿਸ ਤਰ੍ਹਾਂ ਸਿਲੈਕਸ਼ਨ ਹੋਊਗੀ ਜੀ, ਕੀ ਉਹਦੀ ਵਿਧੀ ਵਿਧਾਨ ਰਹਿਣਗੇ ਜੀ, ਉਹ ਸਾਰਾ ਕੀ ਤੁਸੀਂ ਮਿੱਥਿਆ ਹੋਇਆ ਜੀ? ਦੇਖੋ ਇਸ ਤਰ੍ਹਾਂ ਹੈ, ਜਦੋਂ ਅਸੀਂ ਕੰਪਨੀ ਬਣਾਵਾਂਗੇ, ਟਰਾਂਸਪੋਰਟ ਕੰਪਨੀ ਬਣਾਵਾਂਗੇ, ਉਹਦਾ ਖਰੜਾ ਜ਼ਰੂਰ ਤਿਆਰ ਕੀਤਾ ਜਾਏਗਾ। ਪਰ ਗੱਲ ਇਹ ਵੀ ਜ਼ਰੂਰੀ ਆ ਵੀ ਜਿਹੜੇ ਸੰਘਰਸ਼ ਕਰਤਾ ਉਹਨਾਂ ਬੰਦਿਆਂ ਨੂੰ ਪਹਿਲ ਹੋਏਗੀ ਇਹੋ ਜਿਹੀ ਗੱਲ ਨਹੀਂ ਹੈ ਵੀ ਸੰਘਰਸ਼ ਕਰਤਾ ਬੰਦਿਆਂ ਨੂੰ ਪਹਿਲ ਨਹੀਂ ਹੋਈ। ਹੁਣ ਸੰਘਰਸ਼ ਕਰਤਾ ਬੰਦੇ ਆ ਜਿਹੜੇ, ਉਹਨਾਂ ਨੂੰ ਕਹਿੰਦੇ ਤੁਸੀਂ ਸਾਰੇ ਨੱਠ ਜੋੜ ਤੇ ਤੁਹਾਨੂੰ ਕੁਝ ਵੀ ਨਹੀਂ ਆ, ਤੇ ਕੋਈ ਹੋਰ ਆਲੇ ਦੁਆਲੇ ਤੇ ਦੂਰ ਤੇ ਜਾ ਕੇ ਹੋਰ ਕਿਸਮ ਦੇ ਬੰਦੇ, ਇਹੀ ਤਾਂ ਸਾਡੀ ਲੜਾਈ ਆ। ਜਿਹੜੇ ਹੁਣ ਹਿਮਾਚਲ ਦੇ ਗੱਡੀਆਂ ਵਾਲੇ ਚੱਕਾ ਮਾਰ ਲਏ ਜਾਂਦੇ ਆ, ਲੋਕ ਸਾਡੀ ਇਸ ਗੱਲ ਨੂੰ ਕਲੱਬ ਕਰ ਦਿੰਦੇ ਆ ਵੀ ਤੁਸੀਂ ਇੱਕ ਪਾਸੇ ਫੈਕਟਰੀ ਦੇ ਪ੍ਰਦੂਸ਼ਣ ਦੇ ਖਿਲਾਫ ਨਾਅਰੇਬਾਜ਼ੀ ਕਰਦੇ, ਦੂਜੇ ਪਾਸੇ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਆ। ਇਹ ਸਾਡਾ ਰਾਈਟ ਆ, ਕਿਉਂਕਿ ਜਿਹੜੇ ਫੈਕਟਰੀ ਦੇ ਨਾਰਮਸ ਆ, ਅਸੀਂ ਉਹਨਾਂ ਫੈਕਟਰੀ ਦੇ ਨਾਰਮ ਨੂੰ ਲਾਗੂ ਕਰਨ ਦੀ ਗੱਲ ਕਰਦੇ, ਫੈਕਟਰੀ ਆਪਣੇ ਨਾਰਮਸ ਲਾਗੂ ਕਰੇ। ਰਹੀ ਗੱਲ ਰੁਜ਼ਗਾਰ ਦਾ ਜਿਹੜੀ এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਆ, ਉਹਦੇ 46 ਨੰਬਰ ਪੇਜ ਦੇ ਉੱਤੇ ਉਹਨਾਂ ਲਿਖਿਆ ਹੋਇਆ ਸਥਾਨਕ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਏਗਾ, ਸਿੱਧਾ ਤੇ ਸਿੱਧਾ ਤਰਜੀਹ ਉਹਨਾਂ ਨੂੰ ਦਿੱਤੀ ਜਾਏਗੀ। ਅਸੀਂ ਥੋੜੀ ਲਿਖਿਆ, ਉਹਨਾਂ ਨੇ ਲਿਖਿਆ, ਜਾਂ ਨਾ ਲਿਖਦੇ ਜਾਂ ਉਹ ਨਾ ਛਾਪਦੇ। ਉਹਨਾਂ ਨੇ ਕਿਉਂ ਲਿਖਿਆ? ਕਿਉਂਕਿ ਉਹ ਇਸ ਕਰਕੇ ਲਿਖਿਆ ਜਾਂਦਾ ਕਿਉਂਕਿ ਜਿਹੜੇ ਸਥਾਨਕ ਲੋਕ ਆ ਉਹਨਾਂ ਦੀ ਜ਼ਮੀਨ ਅਕਵਾਇਰ ਹੋਈ ਹੁੰਦੀ ਘੱਟ ਰੇਟ ਦੇ ਉੱਤੇ। ਸਥਾਨਕ ਲੋਕ ਆ ਪੋਲੂਸ਼ਨ ਛੱਕਦੇ ਆ, ਬੇਸ਼ੱਕ ਅੰਡਰ ਸਟੈਂਡਰਡ ਰਹਿੰਦਾ ਤਾਂ ਵੀ ਪੋਲੂਸ਼ਨ ਤਾਂ ਹੁੰਦਾ ਹੀ ਹੁੰਦਾ ਹੈ। ਔਰ ਉਸ ਤੋਂ ਬਾਅਦ ਵਿੱਚ ਜਿਹੜੇ ਉਹ ਸੜਕਾਂ ਹੈ, ਉਹ ਸੜਕਾਂ ਦੇ ਉੱਤੇ ਰਿਸਕ ਆ ਉਹ ਸਥਾਨਕ ਲੋਕਾਂ ਦਾ ਹੈ। ਉਹ ਕਿਸੇ ਵੀ ਬੰਦਾ ਕਿਸੇ ਮੌਤ ਦੇ ਘਾਟ ਸ਼ਿਕਾਰ ਹੋ ਸਕਦਾ, ਐਕਸੀਡੈਂਟ ਦੀ ਸ਼ਿਕਾਰ ਹੋ ਸਕਦਾ, ਕੁਝ ਵੀ ਹੋ ਸਕਦਾ। ਇਸੇ ਕਰਕੇ ਜਿਹੜਾ ਹੈਗਾ ਉਹ ਸਥਾਨਕ ਲੋਕਾਂ ਨੂੰ ਇਹਦੇ ਵਿੱਚ ਤਰਜੀਹ ਦਿੱਤੀ। ਨਾ ਕੋਈ ਅਸੀਂ ਧਰਨਾ ਲਾਇਆ, ਨਾ ਜਾਮ ਲਾਇਆ ਵੀ ਤੁਸੀਂ ਕਿਤਾਬ 'ਚ ਇਹ ਲਿਖੋ। ਉਹਨਾਂ ਨੇ ਕਿਉਂ ਲਿਖਿਆ? ਅਸੀਂ ਤਾਂ ਉਹਨਾਂ ਦੇ ਲਿਖੇ ਹੋਏ ਨੂੰ ਕਹਿੰਦੇ ਵੀ ਲਾਗੂ ਕਰੋ। ਤੁਸੀਂ ਸੰਘਰਸ਼ ਕਰਤਾ ਗੱਲ ਕਹੀ ਆ, ਹੁਣ ਇੱਕ ਆਮ ਨਾਰਮਲ ਬੰਦੇ ਆਏ ਹੋਏ ਕਿਸੇ ਤਰ੍ਹਾਂ ਦੇ ਆਗੂ ਨੇ, ਇਹ ਇਹਨਾਂ ਨੂੰ ਵੀ ਸੰਘਰਸ਼ ਕਰਤਾ ਮੰਨਦੇ ਹੋ ਨਾ? ਕਿਉਂਕਿ ਕੱਲ੍ਹ ਨੂੰ ਇਹ ਨਾ ਕਹਿਣ ਜੀ ਵੀ ਦੇਖੋ ਜੀ ਜਿਹੜੇ ਤਾਂ ਆਗੂ ਸੀਗੇ ਮੋਰੇ ਉਹਨਾਂ ਨੇ ਪਵਾ ਲੀਆਂ, ਸਾਨੂੰ ਤਾਂ ਇਹ ਸੰਘਰਸ਼ ਕਰਤਾ ਹੀ ਨਹੀਂ ਮੰਨਦੇ। ਜੇਕਰ ਤੁਹਾਡੀ ਇਸ ਗੱਲ 'ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਏ ਵੀ ਜਿਹੜੇ ਆਗੂ ਨੂੰ ਤਾਂ ਬਹੁਤ ਬੜੀਆਂ ਪਹਿਲਾਂ ਹੀ ਆਫਰਾਂ ਆਲੀਆਂ ਵੀ ਹੈ। ਜੇਕਰ ਅਸੀਂ ਨਿੱਜੀ ਹਿੱਤ ਵਿੱਚ ਇਹ ਕੰਮ ਕਰਨਾ ਹੁੰਦਾ ਏ, ਸਾਨੂੰ ਤਾਂ ਅੰਬੂਜਾ ਸੀਮੈਂਟ ਫੈਕਟਰੀ ਦੇ ਇੱਥੇ ਤੱਕ ਆਫਰ ਆ ਵੀ ਤੁਸੀਂ ਜਿਹੜਾ ਮਰਜ਼ੀ ਕੰਮ ਅੰਦਰ ਦੀ ਸਪਲਾਈ ਦਾ ਔਰ ਉਸ ਤੋਂ ਬਾਅਦ ਵਿੱਚ ਬੈਗ ਸਪਲਾਈ ਦਾ, ਸੁਆਹ ਦਾ, ਜਾਂ ਤੁਸੀਂ ਮੂੰਹ ਖੋਲੋ ਲੈਣਾ ਕੀ ਹੈ। ਕਿਉਂਕਿ ਮੈਂ ਕੇਸ ਨੰਬਰ 50/2016 ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਵੀ ਕੇਸ ਪਾਇਆ ਅੰਬੂਜਾ ਸੀਮੈਂਟ ਫੈਕਟਰੀ ਦੇ ਖਿਲਾਫ, ਜਿੱਥੇ ਉਹਨਾਂ ਨੇ ਲਿਖਿਆ ਇਹਨਾਂ ਨੂੰ ਆਰਡਰ ਹੋਏ ਕਿ ਤੁਸੀਂ 10 ਮੀਟਰ ਵਿਡਥ ਦੇ ਵਿੱਚ ਆਲਾ ਦੁਆਲਾ ਗ੍ਰੀਨ ਬੈਲਟ ਡਿਵੈਲਪ ਕਰਨੀ ਹੈ, ਪਰੰਤੂ ਉਹ ਗ੍ਰੀਨ ਬੈਲਟ ਡਿਵੈਲਪ ਨਹੀਂ ਕੀਤੀ। ਜਿਹੜੀ ਕਿ ਇੱਥੇ ਆ ਕੇ 16 ਤਰੀਕ ਨੂੰ ਇਹਨਾਂ ਦਾ ਯੂਨਿਟ ਹੈੱਡ ਆ, ਅਸੀਂ ਨਕਸ਼ਾ ਖੋਲ੍ਹ ਕੇ ਦੇਖਿਆ, ਉਹਨਾਂ ਉਹਦੇ ਵਿੱਚ ਬੋਗਸ ਤੌਰ 'ਤੇ ਫਰਜ਼ੀ ਤੌਰ 'ਤੇ ਗ੍ਰੀਨ ਬੈਲਟ ਦਿਖਾਈ ਹੋਈ ਆ। ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ, ਜਿਨ੍ਹਾਂ ਨੇ ਗ੍ਰੀਨ ਬੈਲਟ ਗਰਾਊਂਡ ਲੈਵਲ ਤੇ ਹੈ ਨਹੀਂ ਆ, ਕਾਗਜ਼ਾਂ 'ਚ ਗ੍ਰੀਨ ਬੈਲਟ ਦਿਖਾਈ ਹੋਈ ਆ। ਤੇ ਪੋਲੂਸ਼ਨ ਡਿਪਾਰਟਮੈਂਟ ਕੀ ਕਰਦਾ ਹੈ? ਰਹੀ ਗੱਲ ਤੁਹਾਡੀ ਇਹ ਗੱਲ ਦੀ ਕਿ ਸਾਨੂੰ ਤਾਂ ਬਹੁਤ ਵੱਡੀਆਂ ਆਫਰਾਂ ਪਹਿਲਾਂ ਹੀ ਮਿਲੀਆਂ ਹੋਈਆਂ, ਅਸੀਂ ਤਾਂ ਲੋਕਾਂ ਨੂੰ ਕੰਮ ਦੇਣਾ ਚਾਹੀਦਾ। ਲੋਕਾਂ ਦੇ ਰੁਜ਼ਗਾਰ ਕਰਕੇ ਅਸੀਂ ਲੜਾਈ ਲੜ ਰਹੇ ਹਾਂ, ਲੋਕਾਂ ਦੇ ਸਵਸਥ ਕਰਕੇ ਲੜਾਈ ਲੜ ਰਹੇ ਹਾਂ। ਜੇਕਰ ਅਸੀਂ ਇਹੀ ਕੰਮ ਕਰਨਾ ਹੁੰਦਾ ਤੇ ਅਸੀਂ ਵੀ ਅੱਜ ਤੱਕ ਕੱਡੇ ਵੱਡੇ ਟਰਾਂਸਪੋਰਟਰ ਬਣ ਕੇ ਇੱਥੇ ਤੇ ਪੈਸਾ ਕਮਾ ਸਕਦੇ ਸੀ। ਹੁਣ ਇਹਦਾ ਕੋਈ ਹੱਲ ਹੋ ਸਕਦਾ ਜੀ? ਇਹ ਮੰਗਾਂ, ਜਿਵੇਂ ਇੱਕ ਗੱਲ ਤੁਸੀਂ ਕੀਤੀ ਸੀ ਵੀ ਜਿੰਨਾ ਇਹ ਇੰਡੈਕਸ ਹੈ ਤਾਂ ਦਿੱਲੀ ਬੰਦ ਹੋ ਜਾਂਦੇ, ਉਹ ਕੀ ਸੀਗਾ ਕਿ ਜਿਹੜਾ ਤੁਸੀਂ ਇੱਥੇ ਦੱਸਿਆ ਜੀ? ਦੇਖੋ 에ਅਰ ਕੁਆਲਿਟੀ ਇੰਡੈਕਸ 473 ਪਹੁੰਚਿਆ PM10 ਦਾ, ਤੇ ਦਿੱਲੀ ਦੇ ਵਿੱਚ 350 ਦੇ ਲਗਭਗ ਜਾ ਕੇ 350 ਪੌਣੇ 400 ਦੇ ਲਗਭਗ ਜਾ ਕੇ ਸਰਕਾਰ ਵੱਲੋਂ ਹਦਾਇਤ ਕਰ ਦਿੱਤੀ ਜਾਂਦੀ ਵੀ ਕੋਈ ਵੀ ਗੱਡੀ ਦਿੱਲੀ 'ਚ ਐਂਟਰ ਨਹੀਂ ਕਰੇਗੀ, ਕੋਈ ਬਾਹਰ ਨਹੀਂ ਜਾਏਗੀ, ਖਿੜਕੀਆਂ ਦਰਵਾਜ਼ੇ ਬੰਦ ਕਰ ਲਓ, ਸਕੂਲਾਂ ਨੂੰ ਛੁੱਟੀ ਕਰ ਦਿਓ। ਇੱਦਾਂ ਦੀਆਂ ਹਦਾਇਤਾਂ ਹੋ ਜਾਂਦੀਆਂ ਤੇ ਉਹਨੂੰ ਪੋਲੂਸ਼ਨ ਦੇ ਜਿਹੜੇ ਸੋਰਸਸ ਆ, ਕਾਰਕ ਆ, ਉਹ ਲੱਭੇ ਜਾਂਦੇ। ਤੇ ਬਹੁਤਾ ਸਾਰਾ ਇਲਜ਼ਾਮ ਤਾਂ ਪੰਜਾਬ ਪਰ ਵੀ ਲੱਗ ਜਾਂਦਾ ਵੀ ਧੂੰਆਂ ਇੱਥੇ ਤੋਂ ਉੱਡ ਕੇ ਉੱਥੇ ਚਲਾ ਗਿਆ। ਇੱਥੇ ਤਾਂ ਸਾਡੇ ਕੋਲ ਜੇ ਇਹਨਾਂ ਦੀ ਗੱਲ ਮੰਨਿਆ ਜਾਵੇ ਤੇ ਸਾਡੇ ਕੋਲ ਆ 473 에ਅਰ ਕੁਆਲਿਟੀ ਇੰਡੈਕਸ ਅੰਬੂਜਾ ਦਾ ਪਹੁੰਚਿਆ ਹੋਇਆ, ਬਾਕੀ ਧੂੰਆਂ ਵੀ ਸਾਡੇ ਨਾਲ ਰਲ ਗਿਆ, ਫਿਰ ਤਾਂ ਸਾਡਾ 700-800 ਪਰੇ ਪਹੁੰਚ ਜੂਗਾ ਇਸ ਹਿਸਾਬ ਨਾਲ। ਸੋ ਗੱਲ ਇਹ ਆ ਜਿਹੜਾ ਬਾਇਓਮਾਸ ਦਾ ਧੂੰਆਂ ਉਹ ਐਡਾ ਜ਼ਿਆਦਾ ਖਤਰਨਾਕ ਨਹੀਂ ਹੁੰਦਾ, ਉਹਦੇ ਇੰਨੇ ਜ਼ਿਆਦਾ ਖਤਰਨਾਕ ਐਲੀਮੈਂਟ ਨਹੀਂ ਹੁੰਦੇ। ਬੇਸ਼ੱਕ ਮੰਨਦਾ ਮੈਂ ਉਹ ਹੋਣਾ ਨਹੀਂ ਚਾਹੀਦਾ, ਪਰੰਤੂ ਜਿਹੜਾ ਇਹਨਾਂ ਦਾ ਪੋਲੂਸ਼ਨ ਆ, ਇਹਦੇ ਵਿੱਚ ਕੋਲੇ ਦੇ ਜਿਹੜੇ ਜ਼ਹਿਰੀਲੇ ਤੱਤ ਆ, ਗੈਸਾਂ ਹੈ, ਜ਼ਹਿਰੀਲੀਆਂ ਗੈਸਾਂ, ਔਰ ਦੂਜੀ ਸੁਆਹ ਦੀਆਂ ਜਿਹੜੀਆਂ ਗੈਸਾਂ, ਜਿਹਦੇ ਸੁਆਹ ਹੈ ਜਿਹੜੀ ਉਹਦੇ ਯੂਰੇਨੀਅਮ, ਨਿਕਲ, ਕੋਬਾਲਟ ਔਰ ਲੈਡ ਵਗੈਰਾ ਜਿਹੜੇ ਹੈਗੇ ਆ, ਇਸ ਕਿਸਮ ਦੇ ਹੈਵੀ ਮੈਟਲਸ ਆ, ਉਹ ਫੇਫੜਿਆਂ 'ਚ ਜਾਂਦੇ, ਉਹ ਇਸ 'ਤੇ ਵੀ ਕਿਤੇ ਗੰਭੀਰ ਆ। ਇਸ ਕਰਕੇ ਸਾਡੀ ਜਿਹੜੀ ਸਮੱਸਿਆ ਉਹ ਦਿੱਲੀ ਨਾਲੋਂ ਜਾਂ ਹੋਰ ਉਹਦੇ ਨਾਲੋਂ ਜ਼ਿਆਦਾ ਗੰਭੀਰ ਸਮੱਸਿਆ ਹੈ, ਪਰੰਤੂ ਇਸ ਨੂੰ ਗੰਭੀਰ ਹੋਣ ਦੇ ਬਾਵਜੂਦ ਵੀ ਕਿਉਂਕਿ ਸਾਡੇ ਪੇਂਡੂ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਕੀੜਿਆਂ ਮਕੌੜਿਆਂ ਦੇ ਬਰਾਬਰ ਸਮਝੀ ਜਾਂਦੀ
ਜਾਂਦੀ ਆ, ਭਾਵੇਂ ਸਰਕਾਰਾਂ ਹੋਣ ਭਾਵੇਂ ਕੋਰਟਾਂ ਹੋਵੇ, ਸਾਡੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ। ਮੈਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਬਾਰ-ਬਾਰ ਲੈਟਰ ਪਾਉਂਦਾ, ਸੁਪਰੀਮ ਕੋਰਟ ਆਫ ਇੰਡੀਆ ਨੂੰ ਵੀ, ਪ੍ਰਧਾਨ ਮੰਤਰੀ ਨੂੰ ਵੀ, ਸਭ ਕਿਤੇ ਲੈਟਰ ਪਾਈਦੇ ਆ। ਡਿਪਟੀ ਕਮਿਸ਼ਨਰ ਰੋਪੜ ਸੀਐਮ ਪੰਜਾਬ ਨੂੰ ਲੈਟਰ ਪਾਇਆ, ਅੱਜ ਤੱਕ ਕਿਸੇ ਦਾ ਕੋਈ ਜਵਾਬ ਹੀ ਨਹੀਂ ਆਇਆ। ਤੇ ਫਿਰ ਜਿਹੜੇ ਬੰਦੇ ਤੁਹਾਡੇ ਨਾਲ ਸੀਗੇ ਜੇਈ ਸਾਹਿਬ ਜਾਂ ਹੋਰ ਸਰਪੰਚ ਸੀਗੇ ਉੱਥੋਂ ਫਿੱਡਿਆਂ ਤੋਂ, ਉਹ ਪਿੱਛੇ ਕਿਉਂ ਹਟੇ ਆ ਜੀ? ਦੇਖੋ, ਜਿਹੜੇ ਫਿੱਡਿਆਂ ਦੀ ਗੱਲ ਕਰ ਰਹੇ ਤੁਸੀਂ ਜੀ, ਉਹ ਆਪਣਾ ਕਾਰਨ ਆਪ ਦੱਸ ਸਕਦੇ ਆ, ਪਰੰਤੂ ਉਹਨਾਂ ਦੇ ਜਿਹੜੇ ਕਮੈਂਟਾਂ ਦੇ ਸਾਨੂੰ WhatsApp ਦੇ ਉੱਤੇ, Facebook ਦੇ ਉੱਤੇ ਜਿਸ ਕਿਸਮ ਦੇ ਕਮੈਂਟ ਆਉਂਦੇ ਪੜ੍ਹ ਕੇ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ। ਉਹ ਤਾਂ ਇੱਕ ਮਸ਼ਹੂਰੀ ਵਾਲੀ ਗੱਲ ਯਾਦ ਆ ਗਈ ਮੈਨੂੰ, ਅਬ ਦਾਗ ਅੱਛੇ ਹੈ। ਕਿਉਂ ਜਦੋਂ ਆਪਣੀ ਸਰਕਾਰ ਆ ਗਈ ਤੇ ਦਾਗ ਅੱਛੇ ਸਰਕਾਰ ਅਸੀਂ ਵੀ ਬਣਾਈ ਆ। ਮੇਰੇ ਜਿੰਨਾ ਕੋਈ ਵੀ ਪਿੰਡ ਘੁੰਮਿਆ ਨਹੀਂ ਹੋਣਾ। ਤੇਜਿੰਦਰ ਸਿੰਘ ਸੋਨੀ ਦੀ ਤੁਸੀਂ ਗੱਲ ਕਰਦੇ ਆ, ਉਹ ਤਾਂ ਕਿਸੇ ਪਿੰਡ 'ਚ ਇੰਨਾ ਗਿਆ ਨਹੀਂ ਜਿੰਨਾ ਜਗ੍ਹਾ ਤੇ ਮੈਂ ਗਿਆ ਏ। ਪਰੰਤੂ ਉਹਨਾਂ ਨੂੰ ਇਸ ਟਾਈਮ ਇਹ ਮਹਿਸੂਸ ਹੁੰਦਾ ਵੀ ਸਾਡੀ ਸਰਕਾਰ ਆ ਗਈ। ਸਰਕਾਰ ਤਾਂ ਸਾਡੀ ਵੀ ਹੈਗੀ ਆ, ਪਰੰਤੂ ਅਸੀਂ ਆਪਣੇ ਮਿਸ਼ਨ ਤੋਂ, ਆਪਣੇ ਉਦੇਸ਼ ਤੋਂ, ਆਪਣੇ ਏਜੰਡਿਆਂ ਤੋਂ ਭਟਕੇ ਨਹੀਂ। ਸਾਡਾ ਮਕਸਦ ਸਰਕਾਰ ਲਿਆ ਕੇ ਸਰਕਾਰ ਦੀ ਅਹੁਦੇਦਾਰੀਆਂ ਮਾਣਨਾ ਨਹੀਂ। ਸਾਡਾ ਮਕਸਦ ਪੰਜਾਬ ਦੀ ਭਲਾਈ ਕਰਨਾ, ਪੰਜਾਬ ਨੂੰ ਬਦਲੀ ਕਰਨਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ, ਨਾ ਕਿ ਸਰਕਾਰ। ਜੇਕਰ ਇਦਾਂ ਦੀ ਗੱਲ ਸੀ ਤਾਂ ਪਹਿਲੀ ਅਕਾਲੀ ਸਰਕਾਰ ਵਿੱਚ ਵੀ, ਕਾਂਗਰਸ ਸਰਕਾਰ ਵੀ ਸਾਨੂੰ ਬੜੀਆਂ ਆਪਸ਼ਨਾਂ ਆਈਆਂ, ਫਿਰ ਤਾਂ ਅਸੀਂ ਉਹ ਆਪਸ਼ਨਾਂ ਦੇ ਹਿਸਾਬ ਨਾਲ ਉਹਨਾਂ 'ਚ ਮੋਲਡ ਹੋ ਜਾਂਦੇ। ਜੇਕਰ ਤੁਸੀਂ ਟੂਰਨਾਮੈਂਟ ਦੇ ਉੱਤੇ ਫੋਟੋ ਖਿਚਾ ਕੇ 4 ਗੁੱਲੀਆਂ ਗੱਡ ਕੇ ਤਾੜੀਆਂ ਮਾਰ ਕੇ, ਮੈਂ ਬੜਾ ਹੈਰਾਨ ਹੁੰਦਾ ਕਿ ਸਾਡੇ ਲੋਕ ਸਿਰਫ ਤਾੜੀਆਂ ਮਾਰਨੇ ਤੱਕ ਹੀ ਸੀਮਿਤ ਰਹਿ ਗਏ ਵੇ ਪ੍ਰੋਗਰਾਮ, ਤੇ ਅਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਉੱਚ ਪਦਵੀਆਂ 'ਤੇ ਪਹੁੰਚਾਉਂਦੇ, ਸਨਮਾਨਯੋਗ ਸਥਾਨਾਂ 'ਤੇ ਪਹੁੰਚਾਉਂਦੇ ਆ, ਪਰੰਤੂ ਸਿਰਫ ਤੇ ਸਿਰਫ ਅਸੀਂ ਤਾੜੀਆਂ ਜੋਗੀ ਰਹਿ ਗਏ। ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਘੜਮ ਚੌਧਰੀ ਆ, ਉਹਨਾਂ ਦੀਆਂ ਜ਼ਮੀਰਾਂ ਮਰ ਜਾਂਦੀਆਂ ਏ, ਉਹਨਾਂ ਦੀ ਸੋਚ ਮਰ ਜਾਂਦੀ ਆ। ਉਹ ਕਿਸੇ ਨਾ ਕਿਸੇ ਅਹੁਦੇਦਾਰੀਆਂ, ਕੋਈ ਪੰਚੀ, ਕੋਈ ਸਰਪੰਚੀ, ਕਿਸੇ ਨਾ ਕਿਸੇ ਛੋਟੇ ਮੋਟੇ ਲਾਲਚ, ਕੋਈ ਫੋਟੋ ਖਿਚਾਣੀ, ਬਸ ਕੋਈ ਥਾਣੇ ਕੋਰਟ ਕਚਹਿਰੀ ਫੋਨ ਕਰਾਉਣੇ ਤੱਕ ਹੀ ਸੀਮਿਤ ਰਹਿ ਜਾਂਦੇ ਆ। ਇਸ ਕਰਕੇ ਉਹ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਕਿ ਫਸ ਜਾਂਦੇ ਆ, ਤੇ ਜਿਹੜੇ ਮੇਨ ਮੁੱਦੇ ਪੰਜਾਬ ਦੇ ਆ ਉਹਨਾਂ ਦੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਵੇ ਚਿੱਟਾ ਵੱਧ ਗਿਆ ਵਾ, ਅਵਾਰਾ ਪਸ਼ੂ ਦੀ ਸਮੱਸਿਆ ਵੱਧ ਗਈ ਵੀ, ਰੇਤਾ ਜਿਹੜਾ ਹੈਗਾ ਹੁਣ ਆਏ ਬੋਰਡ ਲੱਗੇ, ਪਤਾ ਨਹੀਂ ਸਸਤਾ ਹੋਏਗਾ ਨਹੀਂ, ਪਹਿਲਾਂ ਇਹਦੀ ਬੁਰੀ ਹਾਲਤ ਸੀ। ਤੇ ਪਹਿਲਾਂ ਕਿਹਾ ਜਾਂਦਾ ਸੀ ਕਿ ਸ਼ਰਾਬ ਦੀ ਜਿਹੜੀ ਹੈਗੇ ਲੀਕਰ ਦੀ ਇੱਕ ਪਾਲਿਸੀ ਬਣਾਈ ਜਾਵੇਗੀ। ਇਹਨਾਂ ਵਿਧਾਇਕ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਠੇਕੇ ਦੇ ਉੱਤੇ 20,000 25,000 ਦੇ ਆਪਣੇ ਮੁੰਡੇ ਕਿਉਂ ਨਹੀਂ ਕੰਮ ਕਰ ਸਕਦੇ। ਹੁਣ ਜੇ ਤੁਸੀਂ ਪਾਲਿਸੀ ਦੇਖੋ ਤਾਂ ਇੱਕ ਵੱਡੇ ਹੀ ਬਹੁਤ ਬੜੇ ਛੋਟੇ ਠੇਕੇਦਾਰ ਵੀ ਖਤਮ ਕਰਕੇ ਵੱਡੇ ਸਾਰੇ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾ ਰਿਹਾ, ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਕਬਜ਼ਾ ਕਰਦਾ ਹੈ। ਉਹ ਕਿੱਥੇ ਦੀ ਪਾਲਿਸੀ? ਜਨਹਿਤ ਦੀ ਕੋਈ ਪਾਲਿਸੀ ਨਹੀਂ ਆ। ਇਸੇ ਤਰ੍ਹਾਂ ਹੀ ਅਸੀਂ ਕਣਕ ਦੇ ਆੜ੍ਹਤੀਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਸਾਡਾ ਵੀ ਮਲੀਆ ਮੇਟ ਕੀਤਾ ਜਾ ਰਿਹਾ, ਸਾਡੇ ਤੋਂ ਬੜੀਆਂ ਕੰਡੀਸ਼ਨਾਂ ਲਾ ਦੇਣੀਆਂ, ਤੁਸੀਂ ਠੇਕਾ ਤਾਂ ਲਓਗੇ ਜੇਕਰ ਤੁਹਾਡੀ 100 ਕਰੋੜ ਦੀ ਟਰਨਓਵਰ ਆ ਜਾਂ ਇੰਨੇ ਕਰੋੜ ਦੀ ਟਰਨਓਵਰ ਨਹੀਂ, ਸਾਡੀ ਟਰਨਓਵਰ ਹੀ ਨਹੀਂ। ਸੋ ਇਹ ਜਿਹੜੇ ਛੋਟੇ ਲੋਕਾਂ ਨੂੰ ਕੰਮ ਦੇਣੇ ਬਾਰੇ ਵਿੱਚ ਸਾਡੀ ਸਰਕਾਰ ਬਦਲੀ ਕਰੀ ਆ, ਔਰ ਬਹੁਤ ਸਾਰੇ ਹੋਰ ਇੱਦਾਂ ਦੇ ਮੁੱਦੇ ਆ ਜਿਨ੍ਹਾਂ ਕਰਕੇ ਸਰਕਾਰ ਬਦਲੀ ਕੀਤੀ ਆ, ਉਹ ਸਰਕਾਰ ਉਸ ਦਿਸ਼ਾ ਵੱਲ ਕੰਮ ਨਹੀਂ ਕਰ ਰਹੀ। ਇੰਡਸਟਰੀ ਮੰਤਰੀ ਤੱਕ ਕਿਉਂ ਨਹੀਂ ਅਪਰੋਚ ਕੀ? MLA ਤੱਕ ਹੀ ਕਿਉਂ ਸੀਮਿਤ ਰਹਿ ਗਿਆ ਮੁੱਦਾ? ਦੇਖੋ, ਅੱਜ ਤੱਕ ਸਾਨੂੰ MLA ਸਾਹਿਬ ਵਿਸ਼ਵਾਸ ਦਿਵਾਉਂਦੇ ਰਹੇ ਸੀ ਤੁਹਾਡਾ ਕੰਮ ਕਰਾਂਗੇ, ਇਹ ਕਰਾਂਗੇ, ਤੇ ਅਸੀਂ ਸੋਚਿਆ ਵੀ ਚਲੋ ਇਹ ਸਾਡਾ ਕੰਮ ਕਰਨਗੇ। ਪਰ ਇੰਡਸਟਰੀ ਮਿਨਿਸਟਰ ਨੂੰ ਅਸੀਂ ਲੈਟਰ ਤਾਂ ਭੇਜੇ ਹੋਇਆ, ਜੋ CM ਨੂੰ ਵੀ ਲੈਟਰ ਭੇਜੇ ਹੋਏ ਆ, ਪਰ ਜਵਾਬ ਆਇਆ ਨਹੀਂ, ਸਾਨੂੰ ਕੋਈ ਜਵਾਬ ਨਹੀਂ ਆਇਆ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਤੇ ਕਾਕਾ ਬਾਈ ਜੀ, ਤੁਸੀਂ ਇੱਕ ਗੱਲ ਇੱਥੇ ਸਾਰੇ ਜਣੇ ਨੇ ਕੀਤੀ ਆ ਵੀ ਜਿੱਥੇ ਵੀ MLA ਆਉਂਦਾ ਜਿਹਦਾ ਬਾਈਕਾਟ ਕਰੋ, ਇਹ ਕਰੋ। ਤੁਸੀਂ ਤੇ ਉਸ ਤੋਂ ਪਹਿਲਾਂ ਤਾਂ ਲੱਡੂਆਂ ਨਾਲ ਤੋਲਦੇ ਰਹੇ ਆ, ਉਹ ਬੰਦਾ ਤੁਹਾਡੇ ਨਾਲ, ਔਰ ਹਾਲਾਂਕਿ ਉਹ ਇਹ ਵੀ ਕਹਿ ਰਹੇ ਆ ਵੀ ਮੈਂ ਆਪਣਾ ਸਵਾਰਥ ਛੱਡ ਕੇ, ਮੈਨੂੰ ਚਾਹੇ ਵੋਟਾਂ ਦਾ ਘਾਟਾ ਹੋਵੇ, ਜੇ ਤੁਸੀਂ ਫੈਕਟਰੀ ਬੰਦ ਕਰਾਉਣ ਵੱਲ ਨੂੰ ਜਾਣਾ, ਮੈਂ ਤਾਂ ਉੱਥੇ ਵੀ ਬੈਠਣ ਨੂੰ ਤਿਆਰ ਹਾਂ। ਨਹੀਂ, ਅਸੀਂ ਫੈਕਟਰੀ ਬੰਦ, ਸਾਰਾ ਇਲਾਕਾ ਸਾਡਾ ਜਿਹੜਾ ਫੈਕਟਰੀ ਬੰਦ ਕਰਨ ਵੱਲ ਨਹੀਂ ਜਾ ਰਿਹਾ। ਸਾਡਾ ਮੇਨ ਮੁੱਦਾ ਸੀਗਾ ਸ਼ੁਰੂ ਤੋਂ ਹੀ, ਵੋਟਾਂ ਤੋਂ ਪਹਿਲਾਂ ਹੀ, ਬਈ ਜਿਹੜੀ ਇਹ ਫੈਕਟਰੀ ਆ ਸਾਡੀ, ਜਦੋਂ ਵਿਧਾਇਕ ਸਾਹਿਬ ਨਾਲ ਬੈਠ ਕੇ ਗੱਲ ਹੋਈ ਸੀ ਵੀ ਜਿਹੜੀ ਫੈਕਟਰੀ ਆ ਇਹ ਪੋਲੂਸ਼ਨ ਬਹੁਤ ਕਰਦੀ ਆ, ਤੇ ਨਾਲ ਹੀ ਜਿਹੜਾ ਰੁਜ਼ਗਾਰ ਆ ਉਹ ਬਾਹਰੀ ਲੋਕਾਂ ਨੂੰ ਦਿੱਤਾ ਹੋਇਆ ਹੈ। ਮੋਸਟਲੀ ਤੁਸੀਂ ਜਾ ਕੇ ਕਿਤੇ ਆਪਣਾ ਵਿਜ਼ਿਟ ਕਰਿਓ, ਮੋਸਟਲੀ ਲੋਕ ਜਿਹੜੇ ਨੇ ਪਰਦੇਸੀ ਨੇ, ਔਰ ਪਰਦੇਸੀ ਨੇ। ਅਸੀਂ ਇਹ ਗੱਲ ਇਹਨਾਂ ਨਾਲ ਡਿਸਕਸ ਕੀਤੀ, ਉਹ ਕਹਿੰਦੇ ਵੀ ਚਲੋ ਤੁਸੀਂ ਇੱਦਾਂ ਕਰੋ ਵੀ ਸਰਕਾਰ ਚੇਂਜ ਕਰੋ। ਹੁਣ ਤਾਂ ਮੇਰੇ ਹੱਥ 'ਚ ਕੁਝ ਨਹੀਂ ਹੈਗਾ, ਤੁਸੀਂ ਸਰਕਾਰ ਚੇਂਜ ਕਰੋ। ਜਦੋਂ ਵੀ ਸਰਕਾਰ ਚੇਂਜ ਹੁੰਦੀ ਹੈ, ਜਿੱਦਾਂ ਤੁਸੀਂ ਕਹੋਗੇ, ਤੁਹਾਡਾ ਏਰੀਆ ਨੂੰ ਸੈਟੀਸਫਾਈ ਕਰਾਵਾਂਗੇ, ਠੀਕ ਹੈ ਜੀ। ਪਰ ਹੁਣ ਪਤਾ ਨਹੀਂ ਹੁਣ ਵਿਧਾਇਕ ਸਾਹਿਬ ਨੂੰ ਹੋਇਆ ਕੀ ਗੱਲ ਹੋਈ ਆ ਵਿੱਚ ਦੀ, ਵੀ ਪਿੱਛੇ ਜੇ 2 ਮਹੀਨੇ ਪਹਿਲਾਂ ਸਾਨੂੰ ਸੈਟੀਸਫਾਈ ਕਰਾਉਂਦੇ ਕੰਪਨੀ ਨੂੰ ਸੈਟੀਸਫਾਈ ਕਰਾਉਣ ਲੱਗ ਗਏ। ਕਿੱਦਾਂ ਕਰਨ ਲੱਗ ਗਏ? ਜਦ ਕਿ ਲੋਕਾਂ ਦੇ ਹਿੱਤ ਵਿੱਚ ਜਿਹੜਾ ਸਮਝੌਤਾ ਕਰਾਉਣਾ ਸੀਗਾ, ਲੋਕਾਂ ਦੇ ਹਿੱਤ 'ਚ ਕਰਾਉਣਾ ਸੀਗਾ, ਨਾ ਕਿ ਕੰਪਨੀ ਦੇ ਹਿੱਤ 'ਚ ਕਰਾਉਣਾ ਸੀਗਾ। ਸੋ ਜਿਹੜਾ ਉਹ ਕਹਿੰਦੇ ਕੰਪਨੀ ਦੀ ਲੈਟਰ ਹੈਡ ਦੇ ਉੱਤੇ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਕਿ ਲੋਕਾਂ ਦੇ ਹਿੱਤ ਦੀ ਉਹ ਗੱਲ ਹੈ, ਨੌਕਰੀਆਂ ਦੀ ਗੱਲ ਹੈ, ਟਰਾਂਸਪੋਰਟ ਦੀ ਗੱਲ ਹੈ, ਨਾਲ ਪੋਲਿਊਸ਼ਨ ਦੀ ਗੱਲ ਹੈ ਜੀ। ਨਹੀਂ, ਸਮਝੌਤਾ ਤਾਂ ਹੁਣ ਪਤਾ ਕੀ ਹੈ ਜੀ, ਸਮਝੌਤਾ ਤੁਸੀਂ ਇੱਕ ਮੂੰਹ ਜਵਾਨੀ ਕਹਿ ਦਿਓ ਵੀ ਮੈਂ ਕਰਾਤਾ, ਉਹ ਕਰਾਤਾ, ਠੀਕ ਆ। ਅਸੀਂ ਕਿਹਾ ਵਿਧਾਇਕ ਸਾਹਿਬ ਵੀ ਸਾਡੇ ਜਿਹੜੇ ਪਿੰਡਾਂ 'ਚੋਂ ਸੜਕ ਜਾਂਦੀ ਹੈ ਨਾ, ਉਹਦੇ ਉੱਤੇ ਓਵਰਲੋਡ ਚੱਲਦਾ ਹੈ, 80 ਟਨ ਚੱਲਦਾ, 100 ਟਨ ਗੱਡੀ ਲੈ ਕੇ ਆਉਂਦੀ ਆ, ਵੀ ਇਹਨੂੰ ਬੰਦ ਕਰਾਇਆ ਜਾਵੇ।
ਹੁਣ ਅਸੀਂ ਕਿੱਦਾਂ ਵਿਸ਼ਵਾਸ ਕਰ ਲਈਏ ਵੀ ਐਡੀ ਵੱਡੀ ਕੰਪਨੀ ਜਿਹੜੀ 25 ਸਾਲਾਂ ਤੋਂ ਕਿਸੇ ਐਮਐਲਏ ਨੂੰ ਪੁੱਛਦੀ ਨਹੀਂ ਸੀਗੀ, ਕਿਸੇ ਮੰਤਰੀ ਨੂੰ ਪੁੱਛਦੀ ਸੀਗੀ, ਹੁਣ ਤਾਂ ਈਵਨ ਕਿ ਇਹ ਅਡਾਨੀਆਂ ਕੋਲ ਚਲੇ ਗਈ ਜਿਹੜਾ ਪੂਰਾ ਦੇਸ਼ ਚਲਾਉਂਦੀ ਆ, ਵੀ ਇਹਨਾਂ ਨੂੰ ਕਿੱਦਾਂ ਪੁੱਛ ਲੂੰਗੀ। ਪਿੱਛੇ ਜੇ ਤੁਹਾਨੂੰ ਮੈਂ ਦੱਸਦਾ, ਇਹਨਾਂ ਦਾ ਸਮਝੌਤਾ ਕਰਨ ਤੋਂ ਬਾਅਦ ਹੀ ਪਿੱਛੇ ਜੇ ਹਫ਼ਤਾ ਪਹਿਲਾਂ ਹਿਮਾਚਲ ਤੋਂ 100 ਬੰਦਾ ਇੱਥੇ ਇੰਟਰਵਿਊ ਦੇਣ ਆਇਆ ਹੈ। ਸਮਝੌਤਾ ਹੋਣ ਤੋਂ ਬਾਵਜੂਦ ਇਹ ਤਾਂ ਜਿਹੜੀ ਫੈਕਟਰੀ ਹੈ ਇਹ ਤਾਂ ਸਾਡੇ ਵਿਧਾਇਕ ਨੂੰ, ਮੰਤਰੀ ਸਾਹਿਬ ਨੂੰ ਨਹੀਂ ਸਮਝ ਰਹੀਆਂ ਕੁਛ। ਤੁਸੀਂ ਆਮ ਲੋਕਾਂ ਨੂੰ ਕੀ ਸਮਝੋਗੀਆਂ? ਤੁਸੀਂ ਇਹ ਦੱਸੋ ਵੀ ਅਸੀਂ ਕੋਈ ਗੱਲ ਆਪਾਂ ਕਿਵੇਂ ਕਹਿ ਸਕਦੇ ਵੀ ਸਮਝੌਤਾ ਹੋਣ ਤੋਂ ਬਾਵਜੂਦ, ਜਦੋਂ ਤੁਸੀਂ ਮੰਨ ਹੀ ਨਹੀਂ ਰਹੇ ਸਮਝੌਤੇ ਨੂੰ? ਸਾਡੇ ਨਾਲ ਨਹੀਂ ਨਾ ਹੋਇਆ, ਜਿਹੜਾ ਯੂਨੀਅਨ ਨਾਲ ਹੋ ਗਿਆ। ਇੱਕ ਇਹਨਾਂ ਨੇ ਸਮਝੌਤਾ ਯੂਨੀਅਨ ਨਾਲ ਕਰਾਇਆ ਹੋਇਆ ਹੈ, ਔਰ ਯੂਨੀਅਨ ਨਾਲ ਸਮਝੌਤਾ ਹੋਣ ਦੇ ਬਾਵਜੂਦ ਵੀ ਇੱਥੇ ਲੋਕਲ ਬਾਹਰੋਂ ਲੋਕ ਉਹ ਕਰਨ ਆਏ ਆ, ਇੰਟਰਵਿਊਜ਼ ਕਰਨ ਆਏ ਆ। ਹੁਣ ਕੱਲ੍ਹ ਉਹ ਇੰਟਰਵਿਊ ਹੋਈਆਂ ਇੱਥੇ ਡੀਸੀ ਆਫਿਸ ਹੋਈਆਂ, ਉੱਚ ਤੁਸੀਂ ਇਹ ਦੇਖ ਲਓ ਜਾ ਕੇ ਵੀ ਲੋਕਲ ਤਾਂ ਕੋਈ ਨੁਮਾਇੰਦਾ ਹੀ ਨਹੀਂ, ਲੋਕਲ ਤਾਂ ਕੋਈ ਲੋਕ ਇਹ ਨਹੀਂ, ਬਾਹਰ ਦੇ ਲੋਕ ਆਏ ਹੋਏ ਨੇ। ਹੁਣ ਇਹ ਨਹੀਂ ਪਤਾ ਸਾਨੂੰ ਲੋਕਲ ਰੱਖੇ ਜਾਣਗੇ ਜਾਂ ਬਾਹਰ ਦੇ ਰੱਖੇ ਜਾਣਗੇ, ਅਸੀਂ ਕਿੱਦਾਂ ਵਿਸ਼ਵਾਸ ਕਰੀਏ? ਤੁਸੀਂ ਉਹ ਦੱਸ ਦਿਓ ਜਾਂ ਕੋਈ ਹੋਰ ਦੱਸ ਦੇਵੇ ਵੀ ਅੰਬੂਜਾ ਫੈਕਟਰੀ ਜਿਹੜੀ ਪਿਛਲੇ ਸਮਿਆਂ 'ਚ ਕਿਸੇ ਐਮਐਲਏ ਨੂੰ, ਕਿਸੇ ਮੰਤਰੀ ਨੂੰ ਕੁਝ ਸਮਝ ਨਹੀਂ ਸੀਗੀ, ਉਹ 'ਤੇ ਕਿੱਦਾਂ ਵਿਸ਼ਵਾਸ ਕਰੀਏ ਕਿ ਚਿੱਟੇ ਕਾਗਜ਼ 'ਤੇ? ਪਰ ਬਾਈ ਜੀ ਉਹ ਪ੍ਰਸ਼ਾਸਨ ਕਹਿ ਰਿਹਾ, ਡੀਸੀ ਵੀ ਕਹਿ ਰਿਹਾ ਤੇ ਐਸਡੀਐਮ ਵੀ, ਬਈ ਸਾਡੇ ਕੋਲ ਆ ਗਿਆ ਲੈਟਰ, ਅਸੀਂ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ, ਇਹਨਾਂ ਨੂੰ ਜਦੋਂ ਮਰਜ਼ੀ ਠੋਕ ਸਕਦੇ ਆਪਾਂ। ਨਹੀਂ, ਵਿਗਾੜਨਾ ਕਾਹਦੇ ਵਾਸਤੇ ਆ? ਜਦੋਂ ਕੰਪਨੀ ਤੋਂ ਤੁਸੀਂ ਨੋਰਮਸ ਪੂਰੇ ਕਰਾ ਦਿਓ, ਇਲਾਕੇ ਦੇ ਨਾਲ ਸਮਝੌਤਾ ਕਰਾ ਦਿਓ, ਕੰਮ ਆ ਜੋ ਵੀ ਆ, ਜਿੱਦਾਂ ਸਿੱਧਾ ਹੋ ਗਿਆ ਉਹ ਕੰਮ ਤੁਸੀਂ ਇਲਾਕੇ ਨੂੰ ਦੇ ਦਿਓ। ਸਰਕਾਰਾਂ ਔਰ ਪ੍ਰਸ਼ਾਸਨ ਲੋਕਾਂ ਨੂੰ ਸੈਟੀਸਫਾਈ ਕਰਾਉਣ ਨੂੰ ਹੁੰਦੀਆਂ ਨੇ, ਲੋਕਾਂ ਨੂੰ ਸੈਟੀਸਫਾਈ ਕਰਾ ਦਿਓ। ਲੋਕ ਸੈਟੀਸਫਾਈ ਹੋ ਗਏ, ਇੱਥੇ ਨਹੀਂ ਲੱਗਣਗੇ। ਇੱਥੇ ਜਿਹੜੇ ਲੱਖਾਂ ਹੀ ਲੋਕ ਆਉਂਦੇ, ਹਜ਼ਾਰਾਂ ਹੀ ਲੋਕ ਆਏ ਵੇ ਸੀਗੇ, ਅੱਜ ਨਹੀਂ ਆਉਣਗੇ। ਆਪਣਾ ਹਰੇਕ ਬੱਚਾ ਰੁਜ਼ਗਾਰ 'ਤੇ ਲੱਗੇਗਾ, ਜਿਹਨੇ ਗੱਡੀ ਪਾਣੀ ਗੱਡੀ ਚਲਾਊਗਾ। ਬਿਲਕੁਲ। ਤੇ ਬਾਈ ਜੀ ਜਨਤਕ ਤੌਰ ਤੇ ਹੁਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਸੈਟੀਸਫਾਈ ਕਰਨ ਦੇ ਲਈ ਆਇਆ? ਇੱਕ ਦਿਨ ਸ਼ਾਇਦ ਰਾਤ ਨੂੰ ਫੋਨ ਆਇਆ ਸੀਗਾ ਵੀ ਕੋਈ ਆ ਰਿਹਾ ਉੱਥੇ ਪ੍ਰਸ਼ਾਸਨਿਕ ਅਧਿਕਾਰੀ। ਨਹੀਂ ਜੀ, ਪਹਿਲਾਂ ਆਉਂਦੇ ਹੁੰਦੇ ਸੀ, ਪਹਿਲਾਂ ਤਾਂ ਬਹੁਤ ਕੁਝ ਕਿਹਾ ਗਿਆ ਕਿ ਅਸੀਂ ਇਹਦੇ ਬਾਰੇ ਕਾਰਵਾਈ ਕਰਦੇ ਹਾਂ, ਪਰ ਹੁਣ ਕਾਰਵਾਈ ਦਾ ਤਾਂ ਕੋਈ ਅਮਲੀ ਜਾਮਾ ਪਜਾਇਆ ਨਹੀਂ ਗਿਆ ਤੇ ਸਾਡੇ ਤੱਕ ਤਾਂ ਹਲੇ ਤੱਕ ਕੋਈ ਪਹੁੰਚ ਹੋਈ ਨਹੀਂ। ਤੇ ਐਸ਼ ਦਾ ਡਰਾਇਰ ਪਲਾਂਟ ਦਾ ਕੀ ਸੀਗਾ ਜੀ? ਉਹ ਐਕਚੁਅਲੀ ਗੱਲ ਇਦਾਂ ਜੀ, ਸਾਡੇ ਇਲਾਕੇ 'ਚ ਅੰਬੂਜਾ ਫੈਕਟਰੀ ਵੱਲੋਂ ਐਸ਼ ਡਰਾਇਰ ਪਲਾਂਟ ਲਾਇਆ ਗਿਆ, ਜੋ ਸਵਾਹ ਨੂੰ, ਗਿੱਲੀ ਨੂੰ ਸੁੱਕੀ ਕਰਕੇ ਅੱਗੇ ਸੀਮੈਂਟ ਯੂਜ਼ ਕਰਦੇ ਆ, ਪਰ ਉਹਦਾ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਵੀ ਹੁਣ ਸਾਡੇ ਘਰਾਂ ਦੇ ਵਿੱਚ ਹਰ ਘੰਟੇ ਬਾਅਦ 1 ਕਿਲੋ ਸਵਾਹ ਨਿਕਲਦੀ ਹੈ। ਪਰ ਹੁਣ ਬੜੀ ਹੈਰਾਨੀ ਦੀ ਗੱਲ ਹੈ, ਉਹਦੇ ਤੇ ਕਾਰਵਾਈ ਕਰਨ ਦੀ ਬਜਾਏ 3 ਹੋਰ ਐਸ਼ ਡਰਾਇਰ ਪਲਾਂਟ ਲਾਤੇ ਤੇ ਕਾਨੂੰਨ ਕਹਿੰਦਾ ਹੈ ਕਿ ਉਹ ਐਸ਼ ਡਰਾਇਰ ਪਲਾਂਟ ਜਿੱਥੇ ਰੈਜ਼ੀਡੈਂਸ ਏਰੀਏ ਹੈਗੇ ਆ ਉਹ ਤੋਂ 500 ਮੀਟਰ ਜਾਂ 1 ਕਿਲੋਮੀਟਰ ਦੂਰ ਲਾਓ, ਤੇ ਇਹਨਾਂ ਨੇ ਸਾਡੀ ਕੰਧ ਨਾਲ ਕੰਧ ਲਾਤੇ। ਤੇ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਹੈ, ਤੁਹਾਡੇ ਧਰਨਾ ਲੱਗੇ ਪਿੱਛੇ ਤੋਂ ਚੱਲ ਰਿਹਾ, ਹਾਂ ਲੱਗੇ ਤੁਸੀਂ ਧਰਨੇ ਦਾ ਕੀ ਫਾਇਦਾ ਜੀ? ਧਰਨਾ ਲੱਗੇ ਤੇ ਤੁਹਾਡੀ ਨਿਗਾਹ ਕਿੱਥੇ, ਜਾਂ ਉੱਥੇ ਜਾ ਕੇ ਵਿਰੋਧ ਕਿਉਂ ਨਹੀਂ ਕੀਤਾ ਗਿਆ? ਲੱਗ ਕਿਵੇਂ ਗਏ? ਕਿਉਂਕਿ ਮੈਂ ਐਮਐਲਏ ਸਾਹਿਬ ਨਾਲ ਵੀ ਇਹ ਗੱਲ ਕੀਤੀ ਸੀ, ਉਹ ਕਹਿੰਦੇ ਐਸ਼ ਡਰਾਈ ਪਲਾਂਟ ਆ ਜਿਹੜਾ ਉਹ ਨੋਰਮਸ ਨੂੰ ਪੂਰਾ ਕਰਦਾ, ਸਾਰੀਆਂ ਕੰਡੀਸ਼ਨ ਨੂੰ ਪੂਰਾ ਕਰਦਾ, ਉਹਦੇ ਨਾਲ ਹੀ ਲੱਗਿਆ ਹੋਇਆ ਜੀ। ਦੇਖੋ ਜੀ, ਇਹਨਾਂ ਨੇ ਜਿਹੜਾ ਐਸ਼ ਡਰਾਇਰ ਪਲਾਂਟ ਆ ਉਹਨੂੰ ਇਹ ਕਹਿ ਕੇ ਐਨਓਸੀ ਦੇਤੀ ਵੀ ਇਹ ਪੋਲੂਸ਼ਨ ਹੀ ਨਹੀਂ ਕਰਦਾ। ਨੋਰਮ ਤਾਂ ਆਪਣੇ ਆਪ ਪੂਰੇ ਹੋ ਗਏ। ਜਦ ਕੋਈ ਚੀਜ਼ ਪੋਲੂਸ਼ਨ ਹੀ ਨਹੀਂ ਕਰਦੀ, ਉਹ ਅਸੀਂ ਜਦੋਂ ਉਹਨਾਂ ਤੋਂ ਸਟੱਡੀ ਰਿਪੋਰਟ ਮੰਗਦੇ ਵੀ ਸਟੱਡੀ ਰਿਪੋਰਟ ਦਿਓ ਜੀ, ਇਹ ਕਿਵੇਂ ਕਹਿ ਰਹੇ ਤੁਸੀਂ ਵੀ ਇਹ ਪੋਲੂਸ਼ਨ ਨਹੀਂ ਕਰਦਾ, ਉਸ ਟਾਈਮ ਇਹਨਾਂ ਕੋਲ ਕੋਈ ਜਵਾਬ ਨਹੀਂ। ਫਿਰ ਅਸੀਂ ਜਿਹੜੀ ਐਕਸ਼ਨ ਸਾਹਿਬ ਆ ਰੋਪੜ ਆ, ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਾ ਦਿਓ। ਉਹ ਇੱਕਦਮ ਕਾਂਗਰਸ ਦੇ ਵੇਲੇ ਐਕਸ਼ਨ ਸਾਹਿਬ ਦੇ ਨਾਲ ਐਸ਼ ਡਰਾਈ ਪਲਾਂਟ ਨੂੰ ਲੈ ਕੇ ਮੇਰੀ ਗੱਲ ਹੋਈ ਸੀ, ਉਹ ਉਦੋਂ ਡੀਸੀ ਸਾਹਿਬ ਦੇ ਕੋਲ ਬੈਠੇ ਸੀ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਕੰਡੀਸ਼ਨਸ ਨੂੰ ਪੂਰਾ ਨਹੀਂ ਕਰਦਾ ਤੇ ਨਹੀਂ ਲੱਗਣਾ ਚਾਹੀਦਾ, ਇਹ ਆਬਾਦੀ 'ਚ ਨਹੀਂ ਲੱਗ ਸਕਦਾ, ਇਹ ਗੱਲ ਕਹੀ ਸੀ ਉਹਨਾਂ ਨੇ। ਬਿਲਕੁਲ ਮੇਰੇ ਕੋਲ ਆਰਟੀਆਈ 5/15 ਤੇ ਪਹਿਲਾਂ ਦੀ ਆਰਟੀਆਈ ਪਈ ਆ। ਮੈਂ 5/15 ਦੀ ਪਬਲਿਕ ਹੀਅਰਿੰਗ ਤੇ ਪਹਿਲਾਂ ਇੱਕ ਆਰਟੀਆਈ ਲਗਾਈ ਸੀ। ਉਸ ਆਰਟੀਆਈ ਦੇ ਵਿੱਚ ਇਹਨਾਂ ਦਾ ਜਵਾਬ ਆਇਆ ਸੀ ਵੀ ਇਹ ਐਸ਼ ਡਰਾਇਰ ਪਲਾਂਟ ਪਿੰਡ ਦੇ ਨਜ਼ਦੀਕ ਨਹੀਂ ਲੱਗ ਸਕਦਾ ਕਿਉਂਕਿ ਇਹ ਕੰਡੀਸ਼ਨਾਂ ਪੂਰੀਆਂ ਨਹੀਂ ਕਰਦਾ। ਸੋ ਗੱਲ ਇਹ ਆ ਵੀ ਇਹ ਕਾਨੂੰਨ ਦੇ ਨਜ਼ਰੀਏ ਤੇ ਬਿਲਕੁਲ ਪੂਰੀਆਂ ਨਹੀਂ ਕਰਦਾ, ਪਰੰਤੂ ਕਾਨੂੰਨ ਨੂੰ ਅਸੀਂ ਇਸ ਤਰ੍ਹਾਂ ਸਹੀ ਕਰ ਸਕਦੇ, ਜਿਵੇਂ ਅਸੀਂ ਫਰਜ਼ ਕਰੋ ਅਸੀਂ ਬਿਨਾਂ ਹੈਲਮਟ ਤੇ ਅੱਜ ਘੁੰਮਦੇ ਆ ਤੇ ਉਹ ਇਲੀਗਲ ਹੋ ਗਿਆ, ਤੇ ਕੱਲ੍ਹ ਨੂੰ ਕਾਨੂੰਨ ਇਹ ਬਣਾਤਾ ਵੀ ਹੈਲਮਟ ਪਾਉਣ ਦੀ ਲੋੜ ਹੀ ਨਹੀਂ ਹੈ, ਫਿਰ ਉਹ ਆਪਣੇ ਆਪ ਲੀਗਲ ਹੋ ਜਾਏਗਾ। ਸੋ ਇਸ ਤਰ੍ਹਾਂ ਇਹਨਾਂ ਨੇ ਇਹਨੂੰ ਸਵਿੰਗ ਕਰਕੇ ਕਰਤਾ ਵੀ ਇਹ ਪੋਲੂਸ਼ਨ ਨਹੀਂ ਫੈਲਾਉਂਦਾ। ਪਰੰਤੂ ਇਸ ਮਹੀਨੇ ਦੀ 16 ਤਰੀਕ ਨੂੰ ਮੇਰੇ ਨਾਲ ਜਿਹੜੀ ਕੋਰਟ ਵਿੱਚ ਤਰੀਕ ਸੀ, ਯੂਨਿਟ ਹੈੱਡ ਕੋਰਟ ਵਿੱਚ ਬਿਆਨ ਦੇ ਰਿਹਾ ਵੀ ਇਹ 50 ਟਨ ਕੋਲਾ ਇੱਕ ਦਿਨ ਦਾ ਖਾ ਰਿਹਾ, ਜਦ ਕਿ ਮੇਰੇ ਭੱਠੇ ਵਾਲਾ ਮੇਰਾ ਦੋਸਤ ਹੈ, ਮੈਨੂੰ ਫੋਨ ਕਰਿਆ ਵੀ ਤੁਹਾਡਾ ਭੱਠਾ ਕਿੰਨਾ ਕੋਲਾ ਖਾਂਦਾ? ਉਹ ਕਹਿੰਦੇ ਇੱਕ ਦਿਨ ਦਾ 4 ਕੁਇੰਟਲ ਕੋਲਾ ਖਾਂਦਾ। ਮੈਂ ਕਹਿੰਦਾ ਮੇਰੇ ਕਿਸੇ ਵੀ ਭੱਠੇ ਵਾਲੇ ਨੂੰ ਪੁੱਛ ਲਓ ਵੀ ਉਹ ਪਿੰਡ ਦੇ ਨਜ਼ਦੀਕ 500 ਮੀਟਰ ਨਜ਼ਦੀਕ ਜਾਂ 1 ਕਿਲੋਮੀਟਰ ਲੱਗ ਸਕਦਾ, ਨਹੀਂ ਲੱਗ ਸਕਦਾ। ਭੱਠੇ ਵਾਲੇ ਨੂੰ ਤਾਂ 4 ਕੁਇੰਟਲ ਵਾਲੇ ਨੂੰ ਐਨਓਸੀ ਨਹੀਂ, ਕਿਉਂਕਿ
ਉਹ ਪੋਲੂਸ਼ਨ ਫੈਲਾਉਂਦਾ। ਜਿਹੜਾ 50 ਟਨ ਕੋਲਾ ਖਾਂਦਾ ਏ ਉਹ ਪੋਲੂਸ਼ਨ ਨਹੀਂ ਫੈਲਾਉਂਦਾ। ਉਹਦੇ ਬਾਰੇ ਵੀ ਡਿਪਾਰਟਮੈਂਟ ਦੇ ਖਿਲਾਫ ਸਰਕਾਰ ਨੇ ਕੀ ਐਕਸ਼ਨ ਲਿਆ ਜਿਹਨੇ ਇਹ ਕਹਿ ਕੇ ਦੱਸ ਦਿੱਤਾ ਵੀ ਇਹ ਪੋਲੂਸ਼ਨ ਫੈਲਾਉਂਦਾ ਨਹੀਂ ਆ। ਸਾਡਾ ਸਵਾਲ ਤਾਂ ਇੱਥੇ ਪੈਦਾ ਹੁੰਦਾ ਵੀ ਉਹਦੇ ਖਿਲਾਫ ਕੀ 50 ਮੀਟਿੰਗਾਂ ਕਰ ਲਈਆਂ, 150 ਮੀਟਿੰਗ ਕਰ ਲਈ, ਉਹਦੇ ਖਿਲਾਫ ਕੀ ਕਾਰਵਾਈ ਕੀਤੀ? ਉਹ ਪੋਲੂਸ਼ਨ ਤਾਂ ਫੈਲਾਉਂਦਾ ਹੈ ਪਰ ਇਹ ਕਹਿ ਰਹੇ ਅਸੀਂ ਨਹੀਂ ਫੈਲਾਉਂਦਾ। ਹੁਣ ਸਾਡੇ ਕੋਲ ਥੋੜ੍ਹੀ ਜਿਹੀ ਜਿਹੜੀ ਪੈਸੇ ਦੀ ਬਹੁਤ ਭਾਰੀ ਕਮੀ ਹੈ, ਕਿਉਂਕਿ ਜਦੋਂ ਅਸੀਂ ਹਾਈ ਕੋਰਟ ਜਾਂ ਕਿਤੇ ਹੋਰ ਪਾਸੇ ਇਹ ਚੇਅਰਮੈਨ ਦੇ ਖਿਲਾਫ ਕੇਸ ਲਾਣਾ, ਕਿਸੇ ਦੇ ਖਿਲਾਫ ਕੇਸ ਲਾਣਾ, ਤੇ ਬਹੁਤ ਪੈਸਿਆਂ ਦੀ ਜ਼ਰੂਰਤ ਪੈਂਦੀ ਆ, ਆਉਣ ਜਾਣੇ ਦੇ ਵੀ ਕਾਫੀ ਖਰਚੇ ਹੁੰਦੇ ਆ, ਤੇ ਸਾਡੀ ਸੁਣਵਾਈ ਜਿਹੜੀ ਹੈਗੀ ਆ ਉੱਥੇ ਜਿਹੜੀ ਹੈਗੀ ਆ ਇਹਨਾਂ ਗੱਲਾਂ ਕਰਕੇ ਅੜਚਣਾ ਕਰਕੇ ਥੋੜ੍ਹਾ ਸਾਨੂੰ ਪ੍ਰੋਬਲਮ ਆਉਂਦੀ ਆ। ਪਰ ਜਿਹੜਾ ਅਸੀਂ ਧਰਨਾ ਲਾਇਆ, ਧਰਨਾ ਲੱਗੇ ਅਸੀਂ ਐਸ਼ ਡਰਾਇਰ ਪਲਾਂਟ ਲੱਗੇ, ਤੁਸੀਂ ਇਹਦੀ ਗੱਲ ਕਰਦੇ ਆ, ਇਹ ਵੀ ਬਹੁਤ ਬੜਾ ਧੋਖਾਧੜੀ ਆ, ਕਿਉਂਕਿ ਬਿਨਾਂ EC ਤੇ ਇਹ ਪਲਾਂਟ ਦੇ ਵਿੱਚ ਲੱਗੇ ਨਹੀਂ ਸਕਦੇ এনवायरमेंट ਕਲੀਅਰੈਂਸ ਦੇ ਬਗੈਰ। ਕਿਉਂਕਿ ਯੂਨਿਟ ਹੈਡ ਨੇ ਉੱਥੇ ਇਹ ਬਿਆਨ ਦਿੱਤਾ ਵੀ ਜਿਹੜਾ ਸੀਮੈਂਟ ਪਲਾਂਟ ਆ ਉਹ ਰੈੱਡ ਕੈਟਾਗਰੀ 'ਚ ਆਉਂਦਾ ਹੈ। ਅਸੀਂ ਉਹਨੂੰ ਪੁੱਛਿਆ ਕਿਹੜਾ ਕੈਟਾਗਰੀ ਹੈ? ਰੈੱਡ ਕੈਟਾਗਰੀ ਨੇ। ਫਿਰ ਅਸੀਂ ਕਿਹਾ ਵੀ ਤੁਹਾਡਾ ਜਿਹੜਾ ਇਹ ਐਸ਼ ਡਰਾਇਰ ਪਲਾਂਟ ਆ ਇਹ ਕੀ ਹੈ, ਕਿਹੜੀ ਕੈਟਾਗਰੀ 'ਚ? ਉਹ ਕਹਿੰਦਾ ਵੀ ਇਹ ਜਿਹੜਾ ਐਸ਼ ਡਰਾਇਰ ਪਲਾਂਟ ਆ ਸੀਮੈਂਟ ਇੰਡਸਟਰੀ ਦਾ ਪਾਰਟ ਆ, ਇਟ ਮੀਨਸ ਉਹ ਵੀ ਰੈੱਡ ਕੈਟਾਗਰੀ 'ਚ ਹੈ। ਫਿਰ ਰੈੱਡ ਕੈਟਾਗਰੀ ਦਾ ਰੂਲ ਐਂਡ ਰੈਗੂਲੇਸ਼ਨ ਜਿਹੜਾ ਹੈਗਾ ਇਹਦੇ ਵਿੱਚ ਲਿਖੇ ਹੋਏ ਆ, ਦਰਜ ਆ ਇੰਡਸਟਰੀ ਦੇ ਰੂਲ ਐਂਡ ਰੈਗੂਲੇਸ਼ਨ 'ਚ ਵੀ ਉਹਦੀ এনवायरमेंट ਕਲੀਅਰੈਂਸ ਲੈਣੀ ਜ਼ਰੂਰੀ ਆ। এনवायरमेंट ਕਲੀਅਰੈਂਸ ਤੋਂ ਪਹਿਲਾਂ ਪਬਲਿਕ ਹੀਅਰਿੰਗ ਹੁੰਦੀ ਆ, ਤੇ ਉਸ ਯੂਨਿਟ ਦੀ ਕਦੋਂ ਪਬਲਿਕ ਹੀਅਰਿੰਗ ਹੋਈ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ। ਸੋ ਇਹਨਾਂ ਮੰਗਾਂ ਨੂੰ ਲੈ ਕੇ ਹਲੇ ਜਿਹੜਾ ਇਹ ਚੱਲ ਰਿਹਾ ਹੈ, ਔਰ ਇਹਦੇ ਵਿੱਚ ਪ੍ਰਸ਼ਾਸਨ ਤੇ MLA ਲਗਾਤਾਰ ਕਹਿੰਦੇ ਨਜ਼ਰ ਆ ਰਿਹਾ ਵੀ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ, ਪਰ ਉਹਨਾਂ ਮੀਟਿੰਗਾਂ ਦਾ ਨਤੀਜਾ ਕੀ ਸੀ, ਜਾਂ ਉਹ ਪੱਖ ਜਿਹੜਾ ਆਪਣਾ ਰਜਿੰਦਰ ਸਿੰਘ ਹੋਰਾਂ ਦੇ ਵੱਲੋਂ ਰੱਖਿਆ ਗਿਆ ਜਾਂ ਹੋਰ ਜਿਹੜੇ ਇੱਥੇ ਧਰਨਾਕਾਰੀ ਸੀਗੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ, ਪਰ ਇਹ ਧਰਨਾ ਚੁੱਕਿਆ ਕਿਵੇਂ ਜਾਂਦਾ ਹੈ ਜਾਂ ਸਰਕਾਰ ਇਹਨੂੰ ਕਿਵੇਂ ਚੁਕਵਾਉਂਦੀ ਹੈ? ਇਹ ਬੜੇ ਹੀ ਆਸਾਨ ਤਰੀਕੇ ਨਾਲ ਸਾਰੀਆਂ ਮੰਗਾਂ ਖੁਸ਼ ਕਰਕੇ ਉਠਾਏ ਜਾਂਦੇ ਆ, ਜਾਂ ਫਿਰ ਤਰੀਕਾ ਕੋਈ ਹੋਰ ਵਰਤਿਆ ਜਾਂਦਾ ਹੈ, ਜਾਂ ਫਿਰ ਇਹ ਲੰਮੇ ਸਮੇਂ ਤੱਕ ਇਸੇ ਤਰ੍ਹਾਂ ਇਸ ਸਰਕਾਰ ਤੋਂ ਬਾਅਦ ਵੀ ਚੱਲਦਾ ਰਹੇਗਾ? ਇਹ ਹੁਣ ਵੇਖਣ ਵਾਲੀ ਗੱਲ ਰਹੇਗੀ। ਆਕਾਸ਼ ਮਾਈ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।